तू दाता है दाता बरताउण वाला, तू झोली फैलाई है चुप कर। ਇਹਦੇ ਜਿੱਦਾਂ ਇੱਕ ਮੰਗਤਾ ਹਰ ਹੋਏ ਦੀ ਝੋਲੀ ਕਰਦੀ ਕੀਤਾ ਵਿਸ਼ਰਾਮ ਦੇ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਕਿਤੇ ਤਾਂ ਆਟਾ ਦਾਣਾ ਪੈਂਦਾ ਹੀ ਹੈ, ਕਿਤੇ ਤੂੰ ਹੀ ਆ ਕੇ ਆਪਣੇ ਪਿਆਰੇ ਵੇਖੇ ਉਹ ਝੋਲੀ ਕਰਿਆ ਕਰ, ਕਿਤੇ ਤਾਂ ਖੈਰ ਪਾਊਗਾ ਹੀ। ਇਹਦੀ ਉਦਾਤਾ ਹੈ ਦਾਤਾ ਵਰਤਾਉਣ ਵਾਲਾ, ਤੂੰ ਝੋਲੀ ਫੈਲਾਈ ਜਾਂ ਚੁੱਪ ਕਰਕੇ। ਕਿਸੇ ਤਾਈ ਵੀ ਪਤਾ ਨਹੀਂ ਲੱਗਣ ਦਿੰਦਾ ਜਿੰਨਾ ਦਿੰਦਾ ਚੁੱਪ ਕਰਕੇ ਵੀ ਇੱਦਾਂ ਦੀ ਆਵਾਜ਼ ਪੈਣੀ ਤੈਨੂੰ ਮੂਡ ਆਉਂਦਾ ਬੰਦੇ ਬੜਾ ਖੁਸ਼ ਬੜਾ ਚਾਅ ਪੈਰ ਨਹੀਂ ਲੱਗਦਾ। ਮੈਂ ਕਿਹਾ ਭਾਈ ਸਾਹਿਬ ਕਿੱਧਰ ਨੂੰ ਇਹਦੇ ਬਾਬਾ ਜੀ ਗੁਰੂ ਅਰਜਨ ਸਾਹਿਬ ਨੇ ਸਾਡੀ ਸੁਣ ਲਈ ਹੈ। 5-7 ਸਾਲਾਂ ਤੋਂ ਕੰਮ ਵਿੱਚ ਬੰਦਰ ਸੀ, ਅੱਜ ਸਤਿਗੁਰੂ ਨੇ ਤੋੜ ਦਿੱਤੇ ਆ। ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਬਾਪੂ ਜੀ ਹਜ਼ੂਰ ਸਾਹਿਬ ਸੱਚਖੰਡ ਚੱਲੇ ਸੀ ਨਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੀ ਸੰਗਤ ਜੀ ਅੱਜ ਤੋਂ ਤੁਹਾਡਾ ਗੁਰੂ ਗ੍ਰੰਥ ਸਾਹਿਬ ਹੋਵੇਗਾ। ਅੱਜ ਤੋਂ ਤੁਹਾਡਾ ਗੁਰੂ ਗ੍ਰੰਥ ਸਾਹਿਬ ਹੋਵੇਗਾ। ਜਿਹੜਾ ਪ੍ਰੇਮ ਪ੍ਰਤੀਤ ਦੇ ਨਾਲ ਇਹਦੀ ਸੇਵਾ ਕਰੇਗਾ ਉਹਦੀਆਂ ਝੋਲੀਆਂ ਭਰੂਗਾ। ਇਹ ਮੇਰੇ ਵਚਨ ਨਹੀਂ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸੀ ਅੱਜ ਤੋਂ ਬਾਅਦ ਤੁਹਾਡਾ ਗੁਰੂ ਗ੍ਰੰਥ ਸਾਹਿਬ ਹੈ। ਕਦੇ ਰੁਮਾਲਾ ਸਾਹਿਬ ਪਰ ਵੇਖ ਕੇ ਮੁੜ ਗਈ, ਕਦੇ ਸਿੱਖਾ ਇਹ ਨਾ ਸਮਝੀ ਕਿ ਸਾਡੇ ਪਿੰਡ ਵੀ ਇਹੋ ਹੀ ਗੁਰੂ ਗ੍ਰੰਥ ਸਾਹਿਬ ਜਿਹੜਾ ਗੌੜੀ ਸਾਹਿਬ ਕਈ ਕਹਿੰਦੇ ਆ। ਇੱਥੇ ਵੱਖਰੀ ਗੱਲ ਨਹੀਂ ਚਾਹੇ ਤੇ ਭਾਵਨਾ ਦੀ ਗੱਲ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਦੀ ਪਰਮਨ ਉਸਤਾਦ ਜੀ ਦੀ ਮਾਫੀ ਕੱਲ ਜ਼ਿਕਰ ਨਹੀਂ ਕਰ ਸਕੇ। ਅੱਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਗੁਰਪੁਰਬ ਦਿਵਸ ਹੈ, ਜਿੱਥੇ ਵਧਾਈਆਂ ਦੇਣ ਨੂੰ ਜੀ ਕਰਦਾ ਹੈ, ਖੁਸ਼ੀ ਸਾਰਿਆਂ ਨੂੰ। ਪਰ ਜਦੋਂ ਤੁਹਾਨੂੰ ਖੁਸ਼ੀ ਹੈ ਕਿਉਂਕਿ ਤੁਹਾਡੇ ਬਹੁਤੇ ਬੈਠੇ ਹੋਣਗੇ ਜਿਨ੍ਹਾਂ ਦਾ ਇਤਿਹਾਸ ਪੜ੍ਹਿਆ। ਜਿੱਥੇ ਅੱਜ ਸੰਗਤਾਂ ਨੇ ਵਧਾਈ ਵੀ ਦਿੱਤੀ ਉੱਥੇ ਸੰਗਤਾਂ ਰੋਈਆਂ ਵੀ ਸੀ। ਉਹਦਾ ਕਾਰਨ ਮੈਂ ਆਪ ਜੀ ਨਾਲ ਸਾਂਝਾ ਕਰਾਂਗਾ ਕਿ ਸੰਗਤ ਵਧਾਈ ਵੀ ਦੇ ਰਹੀ ਹੈ ਅਤੇ ਰੋ ਵੀ ਰਹੀ ਹੈ। ਅੱਜ ਦੋ ਘਟਨਾ ਵਾਪਰੀਆਂ 1606, ਇੱਕ ਪਾਸੇ ਖੁਸ਼ੀ ਇੱਕ ਪਾਸੇ ਗਮ, ਉਹ ਵੀ ਇਕੱਠੀਆਂ। ਇੱਕ ਪਾਸੇ ਚਿਹਰੇ ਹੱਸ ਰਹੇ, ਇੱਕ ਪਾਸੇ ਬਰਾਗ ਡੁੱਲ ਡੁੱਲ ਕੇ ਪੀਂਦਾ। ਉਹ ਕੱਲ੍ਹ ਤੋਂ ਪੀਂਦਾ ਸੀ, ਉਹਦਾ ਜ਼ਿਕਰ ਕਰਨਾ ਹੈ ਅਗਲੇ ਸਮੇਂ ਵਿੱਚ ਰਹਿ ਕੇ। ਆਓ ਥੋੜ੍ਹਾ ਜਿਹਾ ਪ੍ਰਸੰਗ ਵੱਲ ਕਰੀਏ। ਪਹਿਲਾਂ ਗੁਰਦਾਰ ਨੇ ਕਾਗਰਤਾ ਬਣਾਏ ਸੁਣੀਆਂ ਜੀ, ਪੰਜਵੇਂ ਪੀਰ ਤੇ ਛੇਵੇਂ ਪੀਰ ਦੀ ਕਥਾ ਹੋਈ ਹੈ। ਇਹਦੇ ਦਰਬਾਰ ਦਾ ਸਰੋਵਰ ਹੀ ਬੈਠੇ ਹਨ, ਕੋਈ ਥੋੜ੍ਹਾ ਜਿਹਾ ਨੇੜੇ ਹੋ ਕੇ ਬੈਠਾ, ਕੋਈ ਦੂਰ ਹੈ। ਪਰ ਅੱਜ ਇਸ ਵਕਤ ਦੇ ਘਟਨਾ ਵੱਡੀਆਂ ਵਡਿਆਈਆਂ ਧੰਨ ਮੇਰੇ ਪਾਤਸ਼ਾਹ ਜੀ ਦੇ ਵੱਡਾ ਪੁਰਸਕਾਰ ਸਾਡੇ ਵਾਸਤੇ। ਸੰਗਤ ਜੀ ਆਓ ਪ੍ਰੇਮ ਦੇ ਨਾਲ ਗੁਰਨਾਮ ਕਰਿਓ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। Guru
महाराज सच्चे पातशाह। आओ जी, भाई बाला जी कथा सुना रहे हैं, गुरु अंगद साहब महाराज की कथा सुन रहे हैं, बाबा बुल्ला जी ब्रह्म ज्ञानी की कथा सुन रहे हैं, धन भाई काले जी परमहंस की कथा सुन रहे हैं, धन गुरु अमरदास महाराज की कथा सुन रहे हैं। इतों तुसीं आप हिसाब ला लो कि कथा सुनने का कितना वड्डा महत्व है। कि गुरु नानक साहब की जोत गुरु अंगद साहब के विच सी कि उन्होंने इतिहास मुझे पता नहीं सी, क्योंकि जो जोत ही राती गुरु नानक साहब बाहर आए की छाती के नाल 15-10 मिनट लगे सी बाबा बुड्ढा जी। आप भी मासी की मिलनी, भूआ की मिलनी, चाचे की मिलनी, किनिया मिलनियां कीतियां, पर अपन तो एक दूजे की छाती न लग के मैनू भी लगता जो माफी जावा तो पसीने की स्मैल आई, बाकी तो कुछ नहीं है, या माया की स्मैल आई, खाप की भुख आई तो चाहिए, पर सिर से जो गुरु की छाती के नाल लग जाता है, ओदी गोदी दे विच रतन लाल पै जाते हैं। जिन्हों मारे कहते जेठ गुर की सिख सुनी, की मिलना मत विच रतन विवाह मान, जेठ गुर की कहते उसकी मत विच करोड़ा रतन जवाहरात पैदा हो जाते हैं, जिहड़ा अपने गुरु की सिक्ख्या सुन लेंदा। ते तुसीं रोज सुनने वास्ते आउंदे हो प्रेम के नाल भिज के गुरु पातशाह महाराज की दया के सागर ने रहम हुए दाते ने जिन्हों के अंदर ऐसी खेल वरतती है, ये गुरु साहब जी का बिरद है। आओ सारी संगत सुनिए कथा। मारी मेरे भाई बाला जी सुनाओ, जो मेरे नानक का प्रकाश होया जो दुनिया के की हाल सी, दुनिया के उत्ते की हो रहा सी। गुरु महाराज सच्चे पातशाह जी की कृपा के मालिक सन, जिन्हां दे उत्ते दया रहमत बख्शिश वरती है करते पावन। सो महाराज सच्चे पातशाह जी कृपा कर सारी संगत को धन श्री गुरु अंगद देव जी महाराज, धन श्री गुरु अंगद देव जी महाराज, धन श्री गुरु अंगद देव जी महाराज, श्री गुरु अंगद देव जी महाराज। धन भाई बाला जियो, धन भाई बाला जियो, धन गुरु की साध संगत जियो, धन गुरु की साध संगत जियो, सारी संगत धन हो रही है। पुकार न सुन है पाई, काजी रिश्वत बस अधिकाई। भाई बाला जी कह रहे गुरु अंगद साहब महाराज सच्चे पातशाह जी, जदों मेरे बाबे नानक का आगमन होना सी, उदों धरती के उत्ते जिहड़े राजे सी ना, वो लोगों की बिल्कुल भी फरियाद नहीं सी सुनते। आपको सब अज किहड़ा सुनते हैं, जे तुसीं थाणे दे विच जांदे हो, रिपोर्ट लिखवानी है तो 70-70 हज़ार तनख्वाह लैके भी कहते हैं पहला कोई चाह पानी नहीं पिया। अज भी ये बोर्ड बड़ा वधिया रखा, कोर्ट वाल कहते चाह पानी तो पियाओ फिर ही तुहाडी रिपोर्ट लिखांगे। एक औरत बेचारी किसी की धी है, उन्होंने तेल पा के साड़न लगी, उन्होंने कुटिया गया, उन्हें धक्का आया, बेचारी थाने का बूहा खड़काया कि मेरी हेल्प करो, कहते चाह पानी तो पिया दो या पी लेंगे। इन्नी गंदी शब्दावली सारे की पूरी माफी की ना कि बहुत नेक इंसान ने पर 2% बुलाने का मतलब नहीं। कोई भी साडी भैन आई है, ये दुखी है, साडी ड्यूटी लगी रब दे करो, सानू कुर्सी मिली, सानू उठ के बहुत बुरा हाल उस वक्त पे सुनता तो अज भी है। कोई नहीं किसी की सुनता, जो अस्पताल चल जाओ तो मरीज मरता है, तो जो डॉक्टर ने सानू ठंडे पींदे है, कोई फ्रूट खान जाओ कहते देखो जाके उन्हें धड़कन वर्गी कहते होने चलो तुम असी जरा क्या पढ़ो, ये अपना फर्ज कहते भाई बाला की कथा शुरू की कि महाराज सच्चे पातशाह उस वेले राजे बिल्कुल लोगों की फरियाद नहीं सुनते,
काजी रिश्वत बस अधिकारी कहते जिहड़े धर्म के आगू सी बंदे जिन्हां दे कोल जाके लोकां ने बेइज्जती करनी सी वो खुद रिश्वत लैण लग पिया। आखो सतनाम। अज भी इदां हुंदा है। अजकल दा जिहड़ा सिख समाज है या संत समाज है, डेरावाद है, जिहदी गद्दी वड्डी है, जिहदी गड्डी वड्डी है, उहनूं उदा ही आशीर्वाद वड्डा मिलदा। मैं अपनी जिंदगी का तजर्बा निंदिया नहीं करता। कोई साधु बैठा सी लोग मत्था टेकन, मेरे मन की मैं निंदिया नहीं करता। मेरे मन की प्यार है कि मैं भी मत्था टेकना। मैं 50 रुपये मत्था टेक के बड़े प्यार नाल बंदे बुलाई, बस माड़ा जिहा सिर लाया, बैठ गए। एक मेरे पीछे उन्हें 100 टेकिया, उन्होंने भी सिर लाया। एक आया कि उन्हें 1 लाख रुपया महापुरुषों के अगे रखे। जितों मैं अखी वेखी चीज है तो जो लाख रुपया रखी रखी तो कितने बाबा जी ये संबंध है तो बाबा जी ने वो लख दिते, 5 थापियां मार के 5 थापियां मार के कहना सिखो जल पानी छकाओ सिंगा। मैं क्या सानू शुगर हुई साढ़े मारे ऐसी हालत है। तो दिल तां टुटदा है कि जिन्हों भी अपना बनाने सच्ची वही धोखा कर रहे हैं। धन मेरे गुरु अर्जन साहब पातशाह तेरा देन नहीं दे सकते तो साढ़े कच्चियां कमियां पे बह गया। तो साध संत जी अज महाराज का जिक्र करता है। भाई बाला जी कहते कथा शुरू हुई, कहते राजे किसी की फरियाद नहीं सुन रहे, जिहड़े काजी सी वो भी रिश्वत लैण लग पए हन। झूठे को सच करते कहते भी इदां दा काम कर दिंदे, पैसे लैके भी सच्चे बंदे नूं झूठा बना दिंदे ते झूठे नूं। अज भी इदां ही है। भाई घबारा सारे केसां जो बरी है उन्होंने कितने 15 मिनट भी साढ़े विचों लुकाउणा होवे ना, जो उन्होंने मां जाती या परिवार मिल जाता तो लत्तां नूं भी हत्थ घड़ियां ते धौड़ नूं भी हत्थ घड़ी वड्डे संगलां वाली इन्ना चक्र कि उन्होंने सिर्फ मां के मत्थे 40 पत्थरी पानी लाया जाता है। कि जिन्होंने लोगों ने बलात्कार करके रज के पुठे काम किए, 48 घंटे की परोल के बाहर तुरे शॉपिंग करते फिरते हैं, वो तो दुनिया का नज़ारा ले रहे हैं। ये पंक्ति अज भी तो होती आखो है उची बोले करो सतनाम। भाई बाला जी कहते बादशाह उस वेले धरती के उत्ते इन्ना ढेर सी कि पैसा दे के सच्चे नूं झूठा ते झूठे नूं सच्चा बना देंदे सन। और कहते हैं सच का तो कोई ना ही नहीं रहिंदा, मारे सच्चे पातशाह की मैं तू बात नहीं पाउंदा। कहते थान थान के उत्ते मलेशिया का बोल बाला लोगों का उन्हों का ही जोर है। कहते उस वेले लोगों ने आपको अपना धर्म बना दिता है। मैनूं इदां महसूस हो रहा भी ये कथा जिवें अज ही लिखी होंदी है कोई सतनाम। हुण भी इदां ही है, सारे धर्म छड्ड के आपको अपना कोई हाल नहीं रह गया। सारे नए धर्मां च पखंड हो रहा। जी ईसाई है कि वो झूठ मारी जाते शरेआम कहते जी मरिया बंदा जिउंदा कीता, कई कुछ किया जिधर बीमारी आई सारे भज गए। जे डेरावाद है जो कहते साडे कोल असीं अपना गल कराउने है जे अपनी गल कर लो गुरु घर की। मैं कहना भी कोई बेचारा आस करके आउंदा कहता मैं गुरुद्वारे जावां मैनूं ठंड पऊगी, जो इत्थे अपने बैठा झोले का कीर्तन है। मैं सोचा सी इत्थे बड़ा प्रेम प्यार एक दूजे का, जिन्नी इन्हां दी सोच दी माड़ी उन्नी जबार भी किसी लग नहीं होंदा। कहते मैं मंदिर में गया भी इत्थे प्रभु जी सिर से हथ रख के कहते पता लगा 13 दिन 12 साल की बच्ची ना मंदिर में बलात्कार कर रहा। मैं किधर जावा, ये सच की बात है। इस करके साल संगती कथा 550 साल पहला भी है, 400 साल पर आज शब्द इतना लगता जिवे अज की कथा लिखी महाराज तो कहते हैं उस वक्त मलेशिया का बोलबाला है। सारे लोग आपको अपना धर्म छड्ड चुके हैं और कहते हैं कि सारे पासे पाप ही पाप हो गया, पुण्य तो कोई करता ही नहीं।
इदां ही है, किसी की धी का ब्याह होवे ते कोई 200-400 शगन नहीं दे सकता, पर वो धी किते डांसर बन जी ना, मैं अज की कथा नाल लैंदे आ जी, बाकी जो सुनाई जांदा, क्योंकि ये कथा ना अज जिउणा जरूरी है। ये कथा अज भी है कि किसी की बच्ची को 500 सूट नहीं दे सकता, तो जो वो बच्ची डांसर बन गई तो वो 5 लाख सुट देंगे मूवी बना के, भी शर्म नहीं आती सदना तेरी बोली के समान है, तो नाल करके लिया मां बन गई, वो बेचारी कहती कदे हथ सुनाती क्योंकि उसका रोजी रोटी का मसला है। अब पिछले एक डांसर बेचारी उसके पेट में 3 महीने का बच्चा से वो स्टेज पर नाचती गोली लगी सी जो पिछले जे है ना, ये आप भी धिया भैन वाले किन्नी मजबूरी होगी उस बच्ची की जिसे पेट में बच्चा तो नचन की ढिड बनी। साडा समाज साडी सरकार ने इदां दा कानून करता कि सानू भुखे मरन की बजाय नचना पै रहा कि महाराज सच्चे पातशाह कृपा करन। कथा चल रही खडूर साहब, सारियां संगतां सुन रही ने, इहदे मारे धरती दे उत्ते इदां दा हाल हो गया। दरबत सोटे नेकत दीना, इहदे भी गरीब वेख के ते उहनूं बेड़ा मार के सारे पैसे खो लैंदे हन। अज भी कल ही मैं सुनाया सी ना, एक बापू बैंक में पिलसन लैके गया 700 रुपया, ये जिहड़ा नशा करने वाला कहना बापू कितों आया, कहना बौली साहब, कहना बापू अंगूठे ते दिशाई लगी है, बौली साहब किहड़ी लैटर पैड है जिहते अंगूठा दवा ते फिर अलमारी मेरे को 700 रुपया उन्हें कट के देना भरावा अलमारी ना, इन्हूं भी लगता है कथा जी की होंदी है। तो महाराज सच्चे पातशाह सुन रहे थे, भाई बाला जी जी ने भी गरीबां नूं बेड़ा मार के खो लेंदे, ते कई शहरों के वड्डियां लोगों के माड़े बंदियां दे प्लाट धक्के ने कब्जा कर लिया, क्योंकि जिन्हां दी MLA नाल BJP नाल गलबात माड़े नूं सुनदा ही नहीं है। महाराज सच्चे पातशाह प्रेम दे विच बैठे हन कि कलयुग दी कथा चल रही है। करता हानि, और सच्चे पातशाह हमारे दीन दुनिया के मालिक दे बाबा बाला जी कह रहे कि पराए काम करने वाले का नाश होता है। आप पराए वाले माड़ा काम करने वाले का एक दिन जरूर नाश हो जाता है। सन ज्यों तन खोवै दुखदानी, कहते जिद्दां पराली है ना, अपना आप तोड़ के कट के ते उसका रस्सा वटिया जाता, बेड़ वटिया जाता है, उन्होंने दुख मिलता है। इस करके महाराज सच्चे पातशाह सुन रहे ने, भाई बाला जी कह रहे कि अज लोग अपना आप खपा के चिंता झोलिया च पै के दिन रात सोचते रहते कि नुकसान कितना करना किसी का। हम कई सियाने उठ जाते हैं, वो किन्ने औखे बेचारे, क्योंकि रात के 12 बजे उठना। बड़ी भैड़ी वीडियो किसी पाई, किसी सियाने ने किसी बीबी ने क्या माफी मांगे, मेरी भैन माफ कर दो, कहते कुछ रस्ते के ना 12 बजे रात के नहाना, और कोई बीबी सियाने पता चलेगी, पर ये नहीं पता कि ये युग केड़ा चलन दिया है। थां थां ते कैमरे लगे शहर के चौक की बीबी 12 बजे का मां रखे, सारा समान रखा ते कपड़े लाए ते नहाउण लई उत्ते कैमरा लगा। कोई जो सवेरे लोगों ने देखा समान गया तो कैमरा जी की दुकान से काट के देखा तो अल्फ नगेज कितने औखे हो गए, अद्धी रात कोई औखी होगी, फिर समान इकट्ठा किया, लगा पिछा वेख्या होगा कितना बुरा हाल है। इन्नी कथा होने कोई साहब असी कोई सतगुरु बाजो गुर नहीं कोई नगुरे का है। तो हमारे कवि बाला जी कह रहे, प्यारे लोग सिंह जी कह रहे, वाहिगुरू कहते भाई बाला जी कहते कि लोग अपना आप दुखों च पा के अपने आप को तरजीह दे दे के किसी का बुरा कितना करते हैं। पराए पैसे लोगों की निंदा करके बड़ा सवाल लेते कि पराई सुरी भाव कहना कि जी अपने घर वाले का रंग काला है आखो गए जो त्यारी ने केड़ा भी आखिर मेरा रंग काला है, जो किसी की घर वाली हो रही है मैं नहीं रंग च लिखा गया ये भी हूँ उन्हें भी ना रब ने कहा तेरा रंग काला कर कि हूँ अपनी घर वाली का रंग काला दूजे की घर वाली हो रही है तो दूजे वाल देख के अपने घर भी भुली जाता हो सकता है कई बेटियों बहुत परिवार की प्रॉब्लम्स है। तो कहता भाव भाई बाला जी कहते
कलयुग की कथा चल रही किसे पराया धन पराई विद्या ते पराए की सुंदर स्त्री वाल देख करके इस दिन तन मन सोहित तारा इस करके साल संस्कृति या ताजी खबर चल रही सिंगर है पर निकल नहीं करती ओदा आप इसको पढ़िया कर पूरी घर की रोल दी बेचारी ने बच्ची रोल दी ਉਹਦਾ ਬੇਟਾ ਰੋਂਦਿਆ ਉਹ ਕਹਿੰਦੇ ਪੁੱਤ ਕੀ ਗੱਲ ਕਹਿੰਦੇ ਪਾਪਾ ਸਾਨੂੰ ਸਾਰਿਆਂ ਨੂੰ ਮਾਰਦਾ ਏ ਇਹਦੇ ਕਿਹੜੀ ਗੱਲੋਂ ਮਾਰਦਾ ਏ ਕਹਿੰਦੀ ਉਹ ਮੰਮਾ ਨੂੰ ਪਸੰਦ ਨਹੀਂ ਕਰਦੇ ਤੇ ਉਹ ਸਾਨੂੰ ਸਾਰਿਆਂ ਨੂੰ ਪਸੰਦ ਨਹੀਂ ਕਰਦੇ ਤੇ ਆਹ ਕਥਾ ਦਾ ਵੇਖੋ ਕਿੰਨੀ ਕਹਾਣੀ ਲਿਖੀ ਹੈ ਤੇ ਰਾਜਿਆਂ ਲੰਗਾ ਕੱਲ ਦੀ ਹੁੰਦੀ ਹੈ ਉਹ ਇਸ ਕਰਕੇ ਸਾਰ ਸੰਤ ਵੀ ਇਦਾਂ ਨਹੀਂ ਕਰਨਾ ਚਾਹੀਦਾ ਚਲੋ ਕਿਸੇ ਦੇ ਕਰਮਾਂ ਕੋ ਆਪਣੇ ਹੈ ਠੀਕ ਹੈ ਜਿਹੜੀ ਲਾਈਫ ਹੈ ਜੋ ਆਪਣੀ ਮਰਜ਼ੀ ਨਾਲ ਜੀ ਸਕਦਾ ਪਰ ਕਿਸੇ ਨੂੰ ਮਾਰਨਾ ਨਹੀਂ ਚਾਹੀਦਾ ਇਹ ਥੋੜਾ ਗੱਲ ਕਰਕੇ ਆਪਣੇ ਜੀਆਂ ਨੂੰ ਦੌਕੇ ਮਾਰੀ ਜਾਣੀ ਕਲੇ ਕਰੀ ਜਾਣੀ ਇਹ ਗੱਲ ਗਲਤ ਹੈ ਕਰਮੀ ਆਪੋ ਆਪਣੀ ਕਿਹਦੇ ਲੈ ਕੇ ਜਿੱਦਾਂ ਦੇ ਆਪਾਂ ਕਰਮ ਕੀਤੇ ਜਿੱਦੀ ਆਪਣੀ ਬਦਲੀ ਉਦਾਂ ਦੇ ਆਪਾਂ ਨੂੰ ਜੀ ਮਿਲ ਕੇ ਘਰ ਮਿਲ ਗਿਆ ਤਾਂ ਕਹਿੰਦੇ ਨੇ ਇੱਕ ਪੰਜਾਬੀ ਦੀ ਮਾਮਾ ਵੀ ਕਿਤੇ ਚੌਲ ਫੁੱਲ ਕੀਤੇ ਰੱਬ ਨੇ ਹਨਾ ਜਾਂ ਇੱਕ ਕਹਾਵਤ ਸੀ ਵੀ ਜਾ ਕੇ ਜੋੜੀਆਂ ਥੋੜੀਆਂ ਤੇ ਨਰੜ ਤੇ ਛੋਟੀ ਹੁੰਦੇ ਸੀ कहना माता जोड़ियां ते मियां नरक किनू कहते आ उन्होंने कीता करे की करा हो सकदा बड़े वजन छट दिंदे आ उन्होंने की करी कह देना कि जिन्हां दे नरक पै गए उन्होंने पुछ के वेखो आपको सब नरक शब्द जिहड़ा पुराना बड़ा वधिया हुंदा शास्त्र वाले संस्था समझणगे कि जिहड़ा पशुआं च खड़ोवे ना वखरा चले पुठे पासे नूं जावे ते उहनूं चंगे पशु दे नाल रस्सा पा के बंन देगा ये सताउंदा है ते चंगे ने चलना है इनू भी नाल किसके ओनू किने नरड़ इहने कईयां दे रिश्ते ते ढके ढकेड़ा हो गए ब्याह भी हो गए टीके नरड़ी आ गई ये कलैंदे नूं जांदा दूजा चढ़दे नूं जांदा है इस करके साल संत जी जिद्दां एक भाई साहब ने कथा भी लिखी सी कि दोवां जीआं दी बड़ी लड़ाई होया करे ये घर दस के शहर जाना उसनूं नहीं जाना जे कोई कपड़े वाला कभी नहीं लैने एक बारी उन्होंने एक सियाणे बंदे ने सलाह दी ਇਹ ਤਰ੍ਹਾਂ ਖੜਾ ਚੜਾ ਦਈਏ ਇਹਦਾ ਮੈਂ ਦੋ ਕੇ ਚੜਾ ਦੇ ਖੜਾ ਮੈਂ ਬੜਾ ਦੁਖੀ ਹੈ ਇਹਦਾ ਵੀ ਜੇ ਤੇਰੀ ਉਲਟੀ ਚੱਲਦੀ ਹੈ ਤੇ ਤੂੰ ਇਹਨੂੰ ਇਦਾਂ ਕਹਿ ਕਿ ਆਪਾਂ ਜਾਣਾ ਹੈ ਕਿ ਸ਼ਹਿਰ ਇਹਦਾ ਇਹ ਕਹਿਣਾ ਨਹੀਂ ਜਾਣਾ ਤੂੰ ਕਹਿਣਾ ਮੈਂ ਚੱਲਿਆ ਇਹਨੇ ਕਹਿਣਾ ਫਿਰ ਮੈਂ ਵੀ ਜਾਣਾ ਹੈ ਤੂੰ ਕਹੇ ਕਿ ਮੈਂ ਵੀ ਟਾਂਗੇ ਨੂੰ ਜਾਣਾ ਫੁੱਲ ਦੇ ਸੜਕ ਖਾਣੀ ਜਾਣਾ ਹੈ ਇਹਨੇ ਕਹਿਣਾ ਮੈਂ ਬੇੜੀ ਖਾਣੀ ਜਾਣਾ ਦੋ ਰਸਤੇ ਸੀ वो कहना मैं टांगे में समान रखूंगी नहीं टांगे बेड़ी खड़ी जाऊंगी कहना आगे नेड़े मेरे पास खड़ा चुकूंगा बेड़ी च बह गए 2-4 मिनट बैठा कहना तुझे पता तुम प्यार बहुत करती हो कहती सवाल सबका चलिया फिर कहता कि तू तो मेरे प्यार करती है कहती सवाल कहता क्यों इदा हो सकता तू मेरे प्यार करती है मेरे वास्ते सदा ही अपनी सुखना से मेरी सौखती है जे तू इदा ही कर सकती है तो फिर मेरे कहे के उत्ते छाल मार देगी मेरे कहे के कहती जान नहीं मारती इन्हें देखा फिर करती भी नहीं प्यार जो इन्नी गल की तो छाल मार दी पसंद लोगी रौला पै गया सारे जाने लभन लग पे लोग इकट्ठे होए ते लभ रहे सी जिधर नूं पानी जा रहा सारे लोग भज के जान वो प्यो का पुत तां तुरिया जाए जिधरों पानी आना सी वो कहते इधर की करता इधर को पानी है तो इधर को रुड़ के जाना है जिहदा घर की तुहाडी बथेरी है ये तेरी है ये मैं जानता कि तुसीं कहते क्यों इहदा जिहड़ी सारी जिंदगी नहीं सीधे पासे तुरी ते अज कितों अज भी पुट्ठे पासे हैगी वो तो लैंदे हो गई है चढ़ते तुसीं इधर लभदे फिर हसन वास्ते पुरुष वास्ते एक मैं तुहानूं सुनाई है इतिहास नहीं है कि कईयां दी खोपड़ी छोटी होती है उन्हां पुट्ठे चलना हुंदा है गुरु कोल नहीं आउणा पुट्ठे पासे जाना भावें डोबी जाण तो भाई बाला जी प्रेम दे नाल सुणाउणा चाहते ਹਨ जम भव सरे वरे करत दिगंबर रार बड़ियां दे विच सरेवड़े बैठे स्वाह बन के बहुत बुरा हाल है पद दर्शन हर नाम बिन होत बाद मर ख्वार
ਕਲਯੁਗ ਦੇ ਹਾਲਾਤ ਭਾਈ ਸਾਹਿਬ ਜੀ ਸਾਡੇ ਸਾਹਮਣੇ ਸੁਣਾਉਣਾ ਕਰਦੇ ਹਨ। ਭਾਵੋ ਭਗਤ ਬਿਨ ਭਏ ਬੇਉਕੀ। ਇਹਦੇ ਜਿਹਨਾਂ ਦੇ ਵਿੱਚੋਂ ਪਿਆਰ ਖਤਮ ਹੋ ਗਿਆ ਤੇ ਪ੍ਰੇਮ ਉਹ 24 ਘੰਟੇ ਸਾਡੇ ਭੋਜੇ ਤੇ ਰੋਂਦੇ ਹੀ ਰਹਿੰਦੇ ਹਨ। ਸ਼ਾਸਤਰਨ ਵਿਪਰਤ ਬਾਤਾ। ਇਹਦੇ ਕਥਾ ਤੋਂ ਲੜਦੇ ਰਹਿੰਦੇ ਹਨ ਤੇ ਅੱਜ ਵੀ ਵਿਵਾਦ ਖੜਾ ਹੋ ਜਾਂਦਾ। ਕੋਈ ਕਹਿੰਦਾ ਜਪਜੀ ਸਾਹਿਬ ਪੜ੍ਹੋ, ਕੋਈ ਕਹਿੰਦਾ ਜਾਪ ਸਾਹਿਬ ਪੜ੍ਹੋ, ਕੋਈ ਕਹਿੰਦਾ ਕਥਾ ਸੁਣਨੀ ਚਾਹੀਦੀ ਇਤਿਹਾਸ ਦੀ, ਕੋਈ ਕਹਿੰਦਾ ਨਹੀਂ ਸੁਣਨੀ ਚਾਹੀਦੀ, ਕੋਈ ਕਹਿੰਦਾ ਜੀ ਰਾਮਮਾਲਾ ਪੜ੍ਹਨੀ ਚਾਹੀਦੀ ਕਿ ਨਹੀਂ ਪੜ੍ਹਨੀ ਚਾਹੀਦੀ। ਇੱਦਾਂ ਦੀਆਂ ਗੱਲਾਂ ਬਾਤਾਂ ਕਹਿੰਦੇ ਗੁਰੂ ਕੇ ਇਤਿਹਾਸ ਸਥਾਨਾਂ 'ਤੇ ਅੱਜ ਵੀ ਹੁੰਦੀਆਂ ਰਹੀਆਂ ਕਿ ਭਾਈ ਸੰਤੋਖ ਸਿੰਘ ਜੀ ਨੇ ਇਹ ਸਹੀ ਨਹੀਂ ਲਿਖਿਆ, ਕੋਈ ਕਹਿੰਦਾ ਭਾਈ ਤਾਰੂ ਸਿੰਘ ਦੀ ਖੋਪੜੀ ਰੱਖੀ ਕੋਈ ਕੀਰਤ ਨਹੀਂ ਬੈਠੇ, ਕੋਈ ਕਹਿੰਦਾ ਬਾਬਾ ਦੀਪ ਸਿੰਘ 13 ਮਹੀਨੇ ਕਿੱਦਾਂ ਤੁਰ ਗਏ। ਇਹ ਕਲਯੁਗ ਦੇ ਲੱਛਣ ਹੈ। ਜੋ ਕਲਯੁਗ ਜਵਾਨ ਹੁੰਦਾ ਹੈ ਤੇ ਖੋਪੜੀ ਪੁੱਠੀ ਕਰ ਦਿੰਦਾ ਹੈ। ਅੱਜ ਸਾਡੇ ਬੱਚੇ ਕਹਿੰਦੇ ਹੈ ਕਿ ਗੁਰੂ ਸਾਹਿਬ ਦੇ ਇੱਕ ਗਿਆਨ ਹੈ, ਗ੍ਰੰਥ ਹੈ, ਇਹ ਇੰਨੀ ਸੇਵਾ ਕਰ ਤੋਂ ਅਸੀਂ ਪੜ੍ਹ ਸਕਦੇ ਹੋ, ਪਰ ਨਹੀਂ, ਇਹ ਤਾਂ ਭਾਵਨਾ ਦਾ ਮੇਰੇ ਗੁਰੂ ਗੋਬਿੰਦ ਸਿੰਘ ਨੂੰ ਪੁੱਛੇ ਕੋਈ ਵੀ ਜਿਸ ਬਾਪੂ ਦਾ ਸਿਰ ਕਿਸੇ ਦੇ ਅੱਗੇ ਨਹੀਂ ਝੁਕਿਆ ਤੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਝੁਕਿਆ। ਮਿੰਟ ਆਪਣੇ ਵੱਡਾ ਸਮਾਂ ਬਚਿਆ ਹੈ ਕਿ ਮੈਂ ਜ਼ਿਕਰ ਕਰਾਂ। ਇਤਿਹਾਸ ਦਾ ਦਿਨ ਹੈ ਜੋ ਲੜੀਵਾਰ ਇਤਿਹਾਸ ਨੂੰ ਸੰਕੋਚਦੇ ਹੋਏ ਗੁਰੂ ਮਹਾਰਾਜ ਦੇ ਜੀਵਨ ਵੱਲ ਨੂੰ ਚੱਲੀਏ ਹਨ। ਪਰ ਸਫਲ ਭਗਤ ਖਾਤਾ ਇਹਦੇ ਆਪਸ ਦੇ ਵਿੱਚ ਬਹੁਤ ਵਿਖਾਦ ਵੱਧ ਗਿਆ। ਧਰਤੀ ਬੰਦੇ ਜਿਹੜੇ ਸੀ ਜੋਗੀ ਹੋ ਗਏ, ਕਾਜੀ ਹੋ ਗਏ, ਬ੍ਰਾਹਮਣ ਹੋ ਗਏ ਤਾਂ ਲੜੀ ਜਾਂਦੇ ਇੱਕ ਦੂਜੇ ਦੇ ਨਾਲ। ਇਹਦੇ ਮੂੰਹ ਸਿਰ ਬਣਾ ਕੇ ਇਹ ਸੰਨਿਆਸ ਲੈ ਲਿਆ, ਘਰਾਂ ਤੋਂ ਭੱਜ ਗਿਆ, ਕਹਿੰਦੇ ਔਰਤਾਂ ਦੇ ਮੱਥੇ ਨਹੀਂ ਲੱਗਣਾ। ਇਹ ਭੁੱਲ ਗਿਆ ਕਿ ਇੱਕ ਔਰਤ ਨੇ ਸਾਨੂੰ ਜਨਮ ਦਿੱਤਾ ਤੇ ਔਰਤ ਦਾ ਹੀ ਦੁੱਧ ਪੀਤਾ ਹੈ ਤੇ ਅੱਜ ਔਰਤ ਤੋਂ ਇੰਨੀ ਨਫ਼ਰਤ ਕਰ ਗਏ। ਔਰ ਇਸ ਤਰ੍ਹਾਂ ਕਰਕੇ ਕਿਵੇਂ ਹਨ ਕਿ ਮਾਇਆ ਦੇ ਪਿੱਛੇ ਪੈ ਗਏ ਸਾਰੇ। ਮਾਇਆ ਨੇ ਸਾਰੀ ਦੁਨੀਆ ਨੂੰ ਸਾਈਂ ਭੁਲਾ ਦਿੰਦਾ। ਹੈਗੇ ਅੰਦਰੋਂ ਗ੍ਰਸਤੀ ਹੈ, ਲੋਕਾਂ ਵੱਲ ਵੇਖ ਘਿਓ ਕੇ ਲਈ ਜਾਂਦੇ ਤੇ ਬਾਹਰੋਂ ਕਹਿੰਦੇ ਅਸੀਂ ਤਾਂ ਸਾਰਾ ਕੁਝ ਸਾਡੀ ਦਿੰਦਾ, ਅਸੀਂ ਤਾਂ ਬਹੁਤ ਕੁਝ ਵਿਰਾਗ ਦੀ ਮੂਰਤੀ ਹੋ ਗਏ। ਰਿਸ਼ਤੀ ਤੇ ਮਨ ਮਨ ਕਾ ਲਾਗੀ। ਉਹਦਾ ਕਹਿੰਦੇ ਅਸੀਂ ਵਿਆਹ ਨਹੀਂ ਕਰਾਇਆ। ਭਾਈ ਬਾਲਾ ਜੀ ਕਹਿੰਦੇ ਆ ਵੀ ਉਹਦਾ ਸਾਡੇ ਇੱਥੇ ਹੈ ਤੇ ਲੋਕਾਂ ਵੱਲ ਵੇਖਦੇ ਆ ਕਿ ਇਹਨਾਂ ਦੀ ਘਰ ਵਾਲੀਆਂ ਬੱਚੇ ਪਰਿਵਾਰ ਹੈ ਤੇ ਮਾਰੇ ਤਾਂ ਹੀ ਕਹਿੰਦੇ ਆ ਕਿ ਸੜਕ ਨਾਲੋਂ ਚੰਗਾ ਹੈ ਕਿ ਚੁੱਪ ਕਰਕੇ ਜਿਹੜੀ ਚੀਜ਼ ਨੂੰ ਮਨ ਕਰੇ ਉਹਨੂੰ ਕਰ ਲੈਣਾ ਚਾਹੀਦਾ। ਇਹ ਚੀਜ਼ ਕਈਆਂ ਨੂੰ ਨਹੀਂ ਵੀ ਪਸੰਦ ਆਊਗੀ। ਮਹਾਨ ਲਾਸਪਰ ਕੋਸ਼ੋ ਆਪਣੀ ਕਿਤਾਬ ਦੇ ਵਿੱਚ ਲਿਖਦਾ ਸੰਭੋਗ ਤੋਂ ਸਮਾਧੀ, ਉਹਨੂੰ ਬਹੁਤਾ ਕਈਆਂ ਨੇ ਪਸੰਦ ਨਹੀਂ ਕੀਤਾ ਕਿਉਂਕਿ ਸੱਚੇ ਬੰਦੇ ਨੂੰ ਕਰਦਾ ਨਹੀਂ। ਉਹਨੇ 2-4 ਗੱਲਾਂ ਕੀਤੀਆਂ, ਕਹਿੰਦਾ ਜੇ ਤੁਹਾਡਾ ਸ਼ਰਾਬ ਪੀਣ ਨੂੰ ਜੀ ਕਰਦਾ ਤੇ ਰਾਜੀ ਕੇ ਪੀਓ, ਇੰਨੀ ਕੁ ਪੀਓ ਕਿ ਸਿਖਰ ਕਰ ਦਿਓ। ਜੇ ਤੁਹਾਡਾ ਮਾਸ ਖਾਣ ਨੂੰ ਜੀ ਕਰਦਾ ਹੈ ਤੇ ਇੰਨਾ ਕੁ ਖਾਓ ਸਿਖਰ ਕਰ ਦਿਓ। ਇਹਦੇ ਜੇ ਤੁਹਾਡਾ ਕਿਸੇ ਚੀਜ਼ ਨੂੰ ਭੋਗਣ ਨੂੰ ਦਿਲ ਕਰਦਾ ਹੈ ਤੇ ਰੱਜ ਕੇ ਭੋਗੋ, ਰੱਜ ਕੇ ਫਿਰ ਜਦੋਂ ਪਾਠ ਪੂਜਾ ਕਰਨਾ ਤੇ ਉਹ ਵੀ ਰੱਜ ਕੇ ਕਰੋ, ਰਾਜੀ ਪਹਿਲਾਂ ਜਿਹੜੇ 3 ਗੱਲਾਂ ਬਣੀਆਂ ਕਈਆਂ ਨੇ ਕਿਹੜਾ ਇਹ ਨਹੀਂ ਕਹੀ ਜਾਂਦਾ, ਪਰ ਉਹ ਸਹੀ ਕਹਿ ਗਏ। ਅਸੀਂ ਪੁੱਠੇ ਕੰਮ ਕਰਦੇ ਹਾਂ। ਜਦੋਂ ਕਿ ਅਸੀਂ ਗ੍ਰਸਤੀ ਜੀਵਨ ਝੁੱਲੇ ਹਾਂ ਉਦੋਂ ਸਾਨੂੰ ਪਾਠ ਕਰਕੇ ਕੰਮ ਕਰੀਦਾ ਤੇ ਜਦੋਂ ਅਸੀਂ ਪੋਥੀ ਖੜੀ ਹੁੰਦੀ ਪਾਠ ਕਰਦੇ ਹੁੰਦੇ ਤੇ ਉਦੋਂ ਸਾਡਾ ਧਿਆਨ ਜਿਹੜਾ ਉਹ ਗੰਦੇ ਪਾਸੇ ਜਾਂਦਿਆ ਹੁੰਦਾ। ਉਹ ਕਹਿੰਦੇ ਇਹ ਚੀਜ਼ ਨਹੀਂ ਹੋਣੀ ਚਾਹੀਦੀ ਕਿ ਜਿਹੜੀ ਚੀਜ਼ ਕਰਨੀ ਕਈ ਵਾਰੀ ਰੱਜ ਕੇ ਕਰੋ। ਇੱਕ ਚੀਜ਼ ਨੂੰ ਐਨ ਸਿੱਧਾ ਤੱਕ ਲੈ ਜਾਓ ਤੇ ਜਦੋਂ ਫਿਰ ਛੱਡਣਾ ਹੈ ਤੇ ਮੁੜ ਕੇ ਉਹਦੇ ਵੱਲ ਨਹੀਂ ਵੇਖਣਾ। ਬਸ ਜੇ ਬਾਣੀ ਪੜ੍ਹਨ ਲੱਗ ਪਿਆ ਤਾਂ ਬਾਣੀ ਕੀ ਬਣ ਜਾਣਾ ਹੈ ਕਿ ਆਪਾਂ ਜੇ ਇੱਦਾਂ ਹੀ ਆ ਵੀ ਬੰਦਾ ਪੜ੍ਹਦਾ ਪਾਠ ਹੁੰਦਾ ਤੇ ਮਨ ਸੋਚਦਾ ਵੀ ਮੈਂ ਪੀਣੀ ਸੀ
ਘਰਦਿਆਂ ਵਿੱਚ ਰਾਤੀ ਆਪਣੇ ਸਾਧਨ ਤੇ ਅੰਦਰ ਦੀ ਚੀਜ਼ ਜਿਹੜੀ ਉਹ ਪ੍ਰਵਾਨ ਹੁੰਦੀ ਜੀ ਬਾਹਰ ਦੀ ਨਹੀਂ ਹੁੰਦੀ। ਆਓ ਚੱਲੀਏ ਸਾਧ ਸੰਗਤ ਜੀ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ। ਮੇਰੇ ਪਾਤਸ਼ਾਹ ਮਹਾਰਾਜ ਆਪ ਗੱਦੀ ਦੇਣ ਲੱਗੇ, ਪਾਤਸ਼ਾਹ ਨੂੰ ਲਾਹੌਰ ਨੂੰ ਚੱਲੇ ਆ। ਸਾਰੀ ਸੰਗਤ ਕਿਰਪਾ ਕਰੋ ਭੇਜ ਕੇ ਜੀ ਗੁਰਪੁਰਾ ਜਿਨ ਸਿਮਰਿਆ, ਗੁਰਪੁਰਾ ਜਿਨ ਸਿਮਰਿਆ, ਗੁਰਪੁਰਾ ਜਿਨ ਸਿਮਰਿਆ, ਗੁਰਪੁਰਾ ਜਿਨ ਸਿਮਰਿਆ, ਸੇ ਪਏ ਨਿਹਾਲ, ਸੇ ਪਏ ਨਿਹਾਲ, ਸੇ ਪਏ ਨਿਹਾਲ, ਗੁਰਪੁਰਾ ਜਿਨ ਸਿਮਰਿਆ, ਗੁਰਪੁਰਾ ਜਿਨ ਸਿਮਰਿਆ, ਗੁਰਪੁਰਾ ਜਿਨ ਸਿਮਰਿਆ, ਗੁਰਪੁਰਾ ਜਿਨ ਸਿਮਰਿਆ। ਗੁਰੂ ਅਰਜਨ ਸਾਹਿਬ ਜੀ ਦਾ ਪੰਜ ਵਾਰੀ ਨਾਮ ਲਓ ਜੀ। ਧੰਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ। ਹਾਂਜੀ ਸੰਗਤ, ਧੰਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ। 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 ਗੁਰੂ ਅਰਜਨ ਸਾਹਿਬ ਪਾਤਸ਼ਾਹ ਵਰਗੀ ਕੋਈ ਕੁਮਾਰੀ ਨਹੀਂ ਕਰ ਸਕਦਾ। ਪ੍ਰਤਾਪ ਖੰਡ ਆਏ ਸੀ। ਪੰਜੇ ਸਰੋਵਰਾਂ ਦਾ ਨਿਰਮਾਣ ਗੁਰੂ ਅਰਜਨ ਸਾਹਿਬ ਜੀ ਨੇ ਕੀਤਾ। ਕੁਝ ਸਰੋਵਰਾਂ ਦੀ ਜਿਹੜੀ ਨੀਂਹ ਉਹ ਗੁਰੂ ਰਾਮਦਾਸ ਜੀ ਰੱਖ ਰਹੇ, ਪਰ ਸੰਪੂਰਨਤਾ ਕੀਤੀ ਗੁਰੂ ਅਰਜਨ ਸਾਹਿਬ ਜੀ ਨੇ। ਪੰਜਾਂ ਸਰੋਵਰਾਂ ਦਾ ਸਾਰਿਆਂ ਨੂੰ ਪਤਾ ਜੀ, ਇਹ ਨਹੀਂ ਤੇ ਸੁਣ ਲਓ। ਪਹਿਲਾ ਸਰੋਵਰ ਸੰਤੋਖ ਸਰ, ਦੂਜਾ ਸਰੋਵਰ ਰਾਮਸਰ, ਤੀਜਾ ਸਰੋਵਰ ਅੰਮ੍ਰਿਤਸਰ, ਚੌਥਾ ਸਰੋਵਰ ਬਬੇਗਸਰ ਤੇ ਪੰਜਵਾਂ ਸਰੋਵਰ ਕੌਲਸਰ। ਇਹ ਪੰਜਾਂ ਦੇ ਪਿੱਛੇ ਬੜੀ ਵੱਡੀ ਸਿੱਖਿਆ ਛੁਪੀ ਹੈ। ਇਹ ਮੈਂ ਆਪ ਜੀ ਦਾ ਸਾਂਝ ਪਾਵਾਂਗਾ। ਪਹਿਲਾ ਕਾਰਨ ਸੀ ਪੰਜ ਸਰੋਵਰ। ਦੂਜਾ ਕਾਰਨ ਜਿਹੜਾ ਹੈ ਚੰਦੂ ਦੀਵਾਨ, ਜਿਹਦੀ ਬੱਚੀ ਬੜੀ ਸੁੰਦਰ ਸੁਨੱਖੀ ਸੀ ਤੇ ਉਹਨੇ ਪੁਰੋਹਿਤ ਨੂੰ ਆਖਿਆ ਕਿ ਇਹਨੇ ਵੀ ਬਰਾਬਰ ਦਾ ਖਾਨਦਾਨ ਲੱਗੀ ਤੇ ਰਿਸ਼ਤਾ ਕਰਾਂ। ਤੇ ਉਸ ਵੇਲੇ ਪੁਰੋਹਿਤ ਨੇ ਲੱਭਦਿਆਂ ਕਿ ਕਿਤੇ ਭੁੱਖ ਲੱਗੀ ਰਸਤੇ ਤੇ ਕਿਸੇ ਨੂੰ ਕਿਹਾ ਵੀ ਡਾਢੀ ਭੁੱਖ ਲੱਗੀ ਤੇ ਕਿਸੇ ਨੇ ਕਿਹਾ ਕਿ ਜਾ ਗੁਰੂ ਰਾਮਦਾਸ ਦੇ ਘਰ ਜਾਂਦੇ ਘਰੇ ਪਏ ਤੇ ਜਦੋਂ ਪ੍ਰਸ਼ਾਦਾ ਛਕਿਆ, ਸੰਗਤ ਸੇਵਾ ਕਰ ਰਹੀ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ 10 ਸਾਲ ਦੀ ਉਮਰ ਸੀ। ਅੱਗੋਏ ਤੇ ਮਹਾਰਾਜ ਜੀ ਸੋਹਣੇ ਸੁਨੱਖੇ ਜਵਾਨ ਕੁੜੀਆਂ ਨੂੰ ਰੱਬ ਨੇ ਬੜਾ ਰੱਜ ਕੇ ਉਸ ਨੂੰ ਦਿੱਤਾ, ਭਗਤੀ ਹੁੰਦੀ ਆ। ਕਿਉਂਕਿ ਕਹਿੰਦੇ ਜਦੋਂ ਉਸ ਪੁਰੋਹਿਤ ਨੇ ਮਹਾਰਾਜ ਦੇ ਦਰਸ਼ਨ ਕੀਤੇ, ਗੁਰੂ ਅਰਜਨ ਸਾਹਿਬ ਮਹਾਰਾਜ ਬੈਠੇ ਮੰਜੀ ਤੇ ਸੰਗਤਾਂ ਸੇਵਾ ਕਰ ਰਹੀਆਂ, ਉਹਨੇ ਕਿਹਾ ਕਹਿੰਦੇ ਜੀ ਆ ਜਿਹੜਾ ਸਾਹਿਬਜ਼ਾਦਾ ਇਹ ਕੌਣ ਹੈ? ਤੇ ਸੰਗਤ ਕਹਿੰਦੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਸੱਚੇ ਪਾਤਸ਼ਾਹ ਦੇ ਲੱਗਦੇ ਜਿਗਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹੈ। ਉਹਨੂੰ ਤਾਂ ਬੜੀ ਖੁਸ਼ੀ ਆਈ, ਉਹਨੇ ਤਾਂ ਹੋਸ਼ ਉੱਡ ਗਈ। ਮਹਾਰਾਜ ਦਾ ਚਿਹਰਾ ਵੇਖੇ ਸੁੱਧ ਬੋਧੀ ਵਿਸਰ ਗਈ, ਵੇਦਾ ਹੀ ਰਹਿ ਗਿਆ ਤੇ ਉੱਥੇ ਬੇਨਤੀ ਕਰ ਦਿੱਤੀ। ਇਹਦੇ ਮਹਾਰਾਜ ਜੀ ਇੱਕ ਬੇਨਤੀ ਆ, ਮੋੜਿਓ ਨਾ ਆਸ ਕੇ ਆਇਆ ਰਿਸ਼ਤਾ ਲੱਭਦਾ ਸੀ, ਰੋਟੀ ਖਾਣ ਆਇਆ ਵੀ ਗੁਰੂ ਰਾਮਦਾਸ ਦੇ ਕੰਨ ਮਾਣਿਆਂ ਨੂੰ, ਪਰ ਜੇ ਤੁਹਾਡੀ ਆਗਿਆ ਹੋਵੇ ਕਿ ਗੁਰੂ ਹਰਗੋਬਿੰਦ ਸਾਹਿਬ ਦਾ ਰਿਸ਼ਤਾ ਮੈਂ ਕਰਾ ਲਿਆ। ਮੇਰੇ ਪਾਤਸ਼ਾਹ ਨੇ ਮਤਾਂ ਦੇ ਭੁੱਖੇ ਸੀ ਪੈਸੇ ਦੇ ਜੀ। ਅੱਜ ਤੇ ਲੋਕਾਂ ਨੂੰ ਬਹੁਤ ਪੈਂਦੀ ਪੈਸੇ ਦਾਜ ਜ਼ਮੀਨਾਂ ਗੱਡੀਆਂ ਦੇ ਉੱਤੇ ਡਿੱਗ ਪੈਂਦੇ, ਭਾਵੇਂ ਬੱਚੇ ਸਾਰੀ ਜ਼ਿੰਦਗੀ ਰੋਂਦੇ ਹੀ ਰਹੇ। ਕੋਠੀਆਂ ਨੂੰ ਚੱਟਣਾ, ਸੋਨੇ ਨੂੰ ਚੱਟਣਾ, ਪਿਆਰ ਹੋਣਾ ਚਾਹੀਦਾ। ਭਾਵੇਂ ਦੋ ਰੋਟੀਆਂ ਸੁੱਕੀਆਂ ਹੀ ਖਾ ਲਈਆਂ ਕੋਈ ਸਤਿਨਾਮ। ਇਸ ਕਰਕੇ
करके रिश्ता मुकम्मल होया तो जो जाके चंदू दीवान ने कहा जी बधाई हो दीवान जी ਤੁਹਾਡੀ ਬੱਚੀ ਦੇ ਵੱਡੇ ਭਾਗ ਹੈ ਬਹੁਤ ਉੱਚੇ ਖਾਨਦਾਨ ਦੇ ਨਾਲ ਰਿਸ਼ਤਾ ਜੁੜ ਗਿਆ ਹੈ ਇਹਨਾਂ ਦੱਸਦੇ ਸਹੀ ਜਦੋਂ ਉਹਨੇ ਜ਼ਿਕਰ ਕੀਤਾ ਨਾ ਗੁਰੂ ਨਾਨਕ ਸਾਹਿਬ ਦੇ ਘਰ ਦਾ ਤੇ ਚੰਦੂ ਦੀਵਾਨ ਦੇ ਮੱਥੇ ਤੇ ਜਿਹੜੀ ਪਈ ਇਹਨਾਂ ਵਿੱਚ ਤੈਨੂੰ ਸ਼ਰਮ ਨਹੀਂ ਆਉਂਦੀ ਚੁਬਾਰੇ ਦੀ ਇੱਕ ਬੋਲੀ ਨੂੰ ਲਾਇਆ ਏ ਉਹਦੇ ਭਗਤਿਆਂ ਦਾ ਘਰ ਹੈ ਗੁਰਦੁਆਰਾ उनसे लोग 5,000 रुपये चढ़ाते भी गुरु अर्जन साहब जी इकट्ठे करके रख लेंगे आपको सदनाम कि मैं दीवान है शाही दरबार का दिल्ली दरबार का लाहौर का मेरी किसी एवं गलबात है जो उतों दी संगतां उत्थे वसदियां सी संगतां ने वचन सुने कि गुरु घर गोरी कहंदा है ते उन्होंने फिर चिट्ठी लिखी ते आ गए आके महाराज जी कहंदे पातशाह गुरु नानक दे घर गोरी दस गई मेरे बादशाह रिश्ता नहीं लेना महाराज साहब की ये साफ इनकार कर देता फिर आप करने करता रहा महाराज कहते संगत जो कहते सानू मनना पैना है संगत वड्डी है मेरे बाद होगी सत संगत मिले महाराज कहते तू जो मर्जी कर ला हुण नहीं होना ते नहीं होनी असीं प्यार भी भुखे हाँ प्यार के नाल कोई आवे तो साडी जान भी ले ले पर तू तर्क कीती है दो गल्लां होईयां तीजी गल बड़ा भरा पिलचिया ਜਿਹੜਾ 24 ਘੰਟੇ ਸੜਦਾ ਰਹਿੰਦਾ ਸੀ ਮਹਾਰਾਜ ਜੀ ਜਿਹੜਾ ਚੜ੍ਹਦੀ ਕਲਾ ਨੂੰ ਪਾ ਕੇ ਇਹਨਾਂ ਨੂੰ ਵੱਜ ਕੀ ਸੰਗਤਾਂ ਤਿਆਰ ਕਰਨੀਆਂ ਏ ਇਹ ਚੌਥਾ ਕਾਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵੱਡੀ ਜਿਹੜੀ ਇਹਨਾਂ ਦੀ ਬਾਣੀ ਦੀ ਨੀਤੀ ਵਿੱਚ ਉਹ ਵੀ ਉੱਥੇ ਬੈਠੇ ਸੜੇ ਬੜੇ ਕੁਝ ਕਾਰਨ ਹੋਰ ਬਣੇ 4-5 ਤੇ ਸਾਰੇ ਕਾਰਨ ਜਦੋਂ ਇਕੱਠੇ ਹੋਏ ਇਹ ਮੌਕੇ ਦਾ ਰਾਜਾ ਸੀ ਜਹਾਂਗੀਰ कि जहांगीर को मुर्जा खान चंदू के सका भरा प्रथिया के सतनाम किसी विद्वान ने कि शेर लिखा कि न रोया रुख पहाड़ी देव दसना तक जना के लाया ते अपने ने बुलबुल रोकी वाली हथ रेख सुई शेख बुला चकाया दे अपने ने मुर्दा रोक दिया दगे दी वेख दुनिया लांगू चिखा नु लाया ते कहते मुर्दा उतना रोंदा कि जो दा बड़ा कुत्ता गंभीर करता किना होए साडे बंदे वगैरह मत्था टेकन नहीं गया कदे ना गुरु घर नहीं गया बस मोटर ते पट्टे वटला होया चकला ਤੁਹਾਡੇ ਕੰਮ ਕਰਦਾ ਕਰਦੇ ਬੁੱਢਾ ਹੋ ਗਿਆ ਬਹੁਤੀ ਨਹੀਂ ਉਹ ਘਰ ਦੇ ਜੀ ਕਹਿਣਗੇ ਨਾ ਨਵਾਂ ਪੁੱਤ ਬਾਪੂ ਗੁਰਦੁਆਰੇ ਚੱਲੇ ਤੇ ਕਈ ਬੜੇ ਬੜੇ ਭਾੜੇ ਵਾਲਾ ਕਰ ਦਿੰਦੇ ਕਹਿੰਦੇ ਉੱਥੇ ਕੀ ਰੱਖਿਆ ਮੂੰਹ ਲੱਗ ਕੇ ਕਰਦੇ ਕੰਮ ਨਹੀਂ ਕੀਤਾ ਇਹਨਾਂ ਘਰ ਦਾ ਤੇ ਹੁਣ ਬਾਣੀ ਹੋਈ ਕਹਿ ਰਹੀ ਮਾਰੇ ਸਾਥੀ ਪਾਤਸ਼ਾਹ ਕਿਰਪਾ ਕਰਦੇ ਇਹਦੇ ਉਹ ਮੁਰਦਾ ਕਹਿੰਦਾ ਵੀ ਤੁਹਾਡੇ ਬਦਲੇ ਤੇ ਮੱਥਾ ਟੇਕਣ ਨਹੀਂ ਗਿਆ ਕਦੇ ਸੰਗਤ ਵਿੱਚ ਨਾਮ ਨਹੀਂ ਜਪਿਆ ਤੇ ਤੁਸੀਂ ਸਾਰੇ ਟੱਬਰ ਨੂੰ ਮੈਨੂੰ ਇਕੱਠੇ ਕਰਕੇ ਲੱਕੜਾਂ ਤੇ ਰੱਖ ਕੇ ਅੱਗ ਲਾ ਦੇਣ ਲੱਗੇ ਮੈਂ ਕੋਠੀ ਬਣਾਈ ਸੀ ਭਾਲੀ ਬਣਾਈ ਟਰੈਕਟਰ ਬਣਾਏ ਤੁਸੀਂ ਮੈਨੂੰ ਨਹੀਂ ਦੇ ਇਹਦੇ ਨਹੀਂ ਬਾਪੂ ਇਹ ਦੁਨੀਆ ਦਾ ਵਿਧਾਨ ਅਸੀਂ ਰੱਖ ਨਹੀਂ ਸਕਦੇ ਉਹ ਕਹਿੰਦੇ ਮੁਰਦਾ ਰੋਂਦਾ ਤੇ ਬੁਲਬੁਲ ਰੋਪੀ ਮਾਲੀ ਨੇ ਆਪ ਬੂਟਾ ਲਾਇਆ ਪਾਣੀ ਪਾਇਆ ਤੇ ਉਹ ਫੁੱਲ ਲੱਗੇ ਤੇ ਪੈਸੇ ਲੈ ਕੇ ਤੋੜ ਕੇ ਵੇਚਦੇ ਦੁਨੀਆ ਇੱਕ ਬਾਜ਼ਾਰ ਹੈ ਤੋਂ ਮੈਂ ਵਿਸ਼ੇ ਵੱਲ ਜਾਵਾਂ ਇਹਨਾਂ ਸਾਰੀਆਂ ਗੱਲਾਂ ਕਰਕੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਚਿੱਠੀ ਲਿਖੀ ਗਈ ਕਿ ਤੁਸੀਂ ਇੱਕ ਗ੍ਰੰਥ ਤਿਆਰ ਕੀਤਾ ਹੈ ਆਪਕੋ ਸਤਨਾਮ ਉਸ ਗ੍ਰੰਥ ਦੇ ਵਿੱਚ ਸਾਡੀ ਵੀ ਸਿਫਤ ਲਿਖ ਦਿਓ ਕੋਈ ਬੱਚੀ ਦੀ ਆ ਸਾਡੇ ਧਰਮ ਦੇ ਬਾਰੇ ਕਹਿੰਦੇ ਨਾ ਜੋ ਖੁਦਾ ਦੀ ਗੱਲ ਉਹ ਤਾਂ ਲਿਖਾਂਗੇ ਪਰ ਧੱਕੇ ਨਾਲ ਨਹੀਂ ਲਿਖੀ ਜਾਣੀ ਫਿਰ ਮਹਾਰਾਜ ਸਾਹਿਬ ਜੀ ਨੂੰ ਲਾਹੌਰ ਦਰਬਾਰ ਤੋਂ ਸੱਦਾ ਆਇਆ ਅੱਜ ਦਾ ਦਿਨ मेरे बादशाह ने दर्शन करे संगत जी आपको सतनाम मेरे साहब सच्चे बादशाह ने सारी संगत सभी जी का तुसी प्यार वाले आए हो कि आप गुरबाणी कहती सह टिक्का दी तोस कीमत है जेडे वीर गुरु दे बैठे बाणी पढ़ते सत्य बलोने दी वार इहदे जदों भी गुरु ने गुरता करदी पिछली अपने तो दूसरी जोत नूं ते जिउंदे जी दित्ती आपको सतनाम गुरु नानक साहब जी जिउंदे जी गुरु लैणे अंगत बना के गुरु अंगद साहब जी जींदे जी गुरु अमरदास रहमत बरता गए गुरु अमरदास जी गुरु रामदास जी जिउंदे जी रहमत बरता गए इसे तरह चलती चलती लड़ी जाके गुरु गोबिंद सिंह भी जिउंदे जी गुरु ग्रंथ साहब नूं गद्दी दे गए अज आप प्यारे की गोदी ते बैठे हैं जिन्हां दा प्यार पानी का दर्शन भी करते हैं पातशाह महाराज जी दुनिया के पालक ने बाबा बुड्ढा जी ने बनाया
माता गंगा जी ने अखा भेजिया संगतां दियां बारे सभ्यता क्या सी भी दो गल्लां होईयां, एक पासे वधाई ते एक पासे अखां च पानी आ रहा, क्योंकि एक नूं मान मिल रहा है ते दूजा सदा लई छड्ड के जा रहा। संगत जी प्यार हुंदा जिन्हां ने कदे नहीं आउणा मुड़ के उन्हां दी यादां। तो गुरु साहिब जी सच्चे पातशाह कह लगे बाबा बुड्ढा जी 5 पैसे नारियल लियाओ, सारी समग्री लै गए। फिर महाराज की होया? पातशाह कहते बाबा बुड्ढिया तू साडा सीना है, तेरे तो कुछ नहीं लुकाया, हुण असीं लाहौर की धरती तो वापस नहीं आउणा। तो साल पै गया बाबे बुड्ढे ने कहते ना बाबा जी जे तुसीं इदां कर लगे तो संगतां नूं किवें संभालना। गुरु नूं पता सी आउण वाले समय दा ते जिहड़े अज भी पाक सेवा सिमरन भेज के करदे जी उन्हां नूं भी पता लग जांदा आउण वाले समय दा। तो मेरे सच्चे पातशाह महाराज जी ने सारी समग्री बुलाई, भाई गुरदास जी, भाई शालो जी, भाई कराना जी, भाई बरागा जी, भाई जेठा जी, भाई जगात जी, भाई विजया जी, ये सारे सिख भावना वाले जिहड़े इत्थे आए जिथे आपां बैठे सारे आए ने। आपको सतनाम। ये धरती कर्मा वाली जिथे आपां रोज बैठे हैं, इत्थे मेरे पातशाह गुरु अर्जन साहिब इस खड़े ते बैठे होंगे। इत्थे बाबा बुड्ढा जी, बाबा श्री चंद, भाई सालो, ये सारे इत्थे बैठे सी। इतिहासक स्थान है, पिंड दा गुरु घर होर चीज हुंदा है, जिथे रहमतां वरदियां होण उत्थे बख्शिश हुंदी है। वड्डा तेरा दरबार सच्चा दुध मेरे पातशाह महाराज जी दी संगत दी मुराद नहीं करदा, पर किथे संगत जिन्हां ने 5 सरोवर बनाए होण, गुरु जी भीड़ वधी होवे, संगतां घड़ी नहीं सी उन्हां बिना चढ़दियां ते अज महाराज साहिब जी दे संगत जी असीं चले लाहौर। पता तां लग गया कि प्यो जी पग बच्चे होरों मर जी जो प्यो मर जाता है। ये महाराज साहब को पता सी, महाराज साहब जी कहते साहब टिक्का ते दो सलीम लै। मेरे साहब जी ने की कीता, बाबा बुड्ढा जी ने टिक्का लाया। महाराज सच्चे पातशाह ने 5 पैसे नारियल, गुरु हरगोबिंद साहब जी 11 साल की उम्र है, अजे दाड़ा मुझ थोड़ा थोड़ा फुटिया ते मेरे सतगुरु 45 साल के ने गुरु हरगोबिंद साहब। तो महाराज सच्चे पातशाह गुरु हरगोबिंद साहब का प्रकाश होता है 1595 ते गुरता गद्दी मिलती 1606 नूं, 95 ते 500 ते 6 ते 5 11 साल की उम्र मेरे हजूर पातशाह की गोदी सब कुछ पाया ते माता गंगा जी का मराल छुट गया। क्योंकि जीवन साथी सी, बह तुरियां नदियां एक पासे संगतां वधाइयां दे रही, एक पासे हजूरां दीयां झड़ियां लग रही है। मेरे पातशाह जी ने बाबा बुड्ढा जी संगत संभालो, एक ही गल है, एक पासे वधाई दूजे पासे वराग छुट रहा। बाबा बुड्ढा जी ने अखों फेरी गए कि महाराज किदां कहां संगत नूं मेरे को तो खुद नहीं अपना आप रोकिया जाता। गुरु साहिब सच्चे पातशाह कहते नहीं बाबा जी तुसीं संभालो, हुण अज तो बाद अखां भरन दा समा नहीं, अखां खोल के नींद आई। अगे पईयां युवतां ने माला ही पकड़ी है, अज 6वां पीर भाल लगे है, अज तो बाद माला दे नाल खंडा भी पकड़े। मेरे हजूर पातशाह का भाई गुरदास उत्थे खड़ोते है। मेरे भाई गुरदास जी ने फिर ये बख्शी लिखी, कहते 5 प्याले 5 पीर। 5 प्याले पता किहड़े है? पता जी? आखो वाहिगुरू। 5 प्याले प्रेम दे, 7 संतोख दया धर्म ते धीर दे। पहला प्याला छकिया बाबे नानक ने 7। गुरु नानक सच बोलते सी, भावें जेल ही होगी सच बोलिया करो, भावें गुस्सा ही करे। कई लोग कहते हैं बाबा सिर करवाएगा, सच बोली का मैं कोई नहीं इतना लगता तो लगन दे। सच बोलिया गुरु नानक ने बाबर के मुँह से। पहला प्याला संतोख गुरु अंगद साहब वर्गा पीने चाहिए, जिथे बिठा देते सी गुरु नानक साहब सारी सारी रात उत्थे बैठे रहते सी। आपा ने 5 मिनट अरदास लंघी हो जाए क्या बाबा मर जाना नहीं गया आ बैठा मेरे नाल सवेरे अमृत वेले करता चापा उत्थे जुड़ जाता। बैठी होना देख टिकट वाली हो जाती, वो लत्तां करी गांव पिछा करी बेचारे वो बस कर जा कहते नानक नाम चढ़ती इहनूं आख्या ते कहना मैं होर लंबी करया करे। मैं क्या कई डरदे भजन दे सही गल सवेरे प्रकाश होंदा ना फुल्लां दी वर्खा हुंदी ते कई उत्थे मैं क्या पता चले ਇਹਨੇ ਬਾਬਾ ਜੀ ਦਾ ਪ੍ਰਕਾਸ਼ ਕਰਾ ਕੇ ਭੱਜੇ ਗੁਰਦਾਸ ਤੇ ਹਾਜ਼ਰੀ ਲੱਗਣੀ ਹੈ। ਕਈ ਡਰਦੇ ਕੰਜਰ ਦੇ ਕੇ ਬਣਾਉਣਾ ਪੈਣਾ ਆਪਣਾ ਸਤਨਾਮ, ਫਿਰ ਗੋਪਾਲ ਸੁਣਨਾ ਪੈਣਾ ਜੀ, ਲੇਟ ਹੋ ਜਾਣਾ, ਮੈਂ ਕਿਹਾ ਲੇਟ ਤੇ ਅੱਗੇ
ਆਪਾਂ ਤਰੱਕੀ ਕਰਨੀ, ਲੇਟ ਕੇ ਅੱਗੇ ਹੋ ਗਏ। ਕੋਈ 50 ਦਾ ਹੋ ਗਿਆ, ਕੋਈ 60 ਦਾ, ਤੇ ਗੁਰੂ ਕੋਲੇ ਨਹੀਂ, ਕੋਈ ਕਮਾਈ ਕਰਨੀ, ਉਤੋਂ ਕਰੋਨਾ ਚੱਲਣ ਦਿਆ, ਆਪੋ ਸੱਦੇ ਮਤਲਬ ਤਾਂ ਪਹਿਲਾਂ ਹੀ ਕਬੂਲ ਹੋਏ ਪਏ ਹੈ। ਤੋ ਇਸ ਕਰਕੇ ਨਾ ਕਈ ਵਾਰੀ ਆਪਾਂ ਆਮ ਹੀ ਦੇਖ ਕੇ ਸੰਗਤ ਕਰਦੀ ਅਰਦਾਸ, ਇਸਦੇ ਘਰ ਕੀ ਹੋਵੇ ਕਈ ਤਕਰ ਕਰਨੀ ਕਰਾਉਂਦੇ। ਜਦੋਂ ਬਾਬਾ ਕਹਿੰਦਾ ਨਾ ਵਾਜੇ ਪੰਜ ਤੇ ਘਰ ਸੁਭਾਗੈ, ਘਰ ਸੁਭਾਗੈ ਸਤਿਗੁਰਾਂ ਦੀ ਪਤਾ ਅਰਦਾਸ ਹੋਣੀ ਕਿ ਉਹ ਉਸੇ ਵੇਲੇ ਉੱਠ ਕੇ ਨਿਕਲ ਜਾਣੀ ਤੇ ਅਰਦਾਸ ਕਰੋਣਾ ਪੈਣਾ। ਇੰਨਾ ਡਰਦੇ ਆ ਕਰੋ ਤੋ ਸਾਧ ਸੰਗਤ ਕੀ ਗੁਰੂ ਪਾਤਸ਼ਾਹ ਦਾ ਬਿਰਧ ਹੈ। ਮੇਰੇ ਪਾਤਸ਼ਾਹ ਮਹਾਰਾਜ ਦੀਨ ਦੁਨੀਆ ਦੀ ਮਾਲਕ ਦੇ ਭਾਈ ਔਰ ਦੋ ਤਲਵਾਰਾਂ ਵੱਜਣੀਆਂ, 5 ਪਿਆਲੇ, ਪਹਿਲਾ ਪਿਆਲਾ ਬੋਲੋ ਧੰਨ ਗੁਰੂ ਨਾਨਕ, ਉਹਨਾਂ ਛਕਿਆ 7 ਦਾ ਸੰਤੋਖ ਦਾ ਪਿਆਲਾ ਗੁਰੂ ਅੰਗਦ ਸਾਹਿਬ ਜੀ ਨੇ। ਅੱਗੇ ਦਇਆ ਗੁਰੂ ਅਮਰਦਾਸ ਚ ਵੱਧਦੀ ਪਈ ਹੈ ਕਿ ਕੋੜੇ ਬੰਦੇ ਨੂੰ ਪਾਪ ਪਈ ਹੋਵੇ ਤੇ ਗੁਰੂ ਅਮਰਦਾਸ ਆਪ ਮਰ ਮਰ ਕੇ ਨਹਾਉਂਦੇ, ਉਹਨੇ ਕਿਉਂ ਵੱਡੀ ਦਇਆ ਕਰੀ। ਇੱਥੇ ਤੇ ਆਪਣਾ ਅੰਦਰ ਜਿਨ੍ਹਾਂ ਨੇ ਛਿੰਝਿਆ ਵੀ ਉਹਨਾਂ ਨੂੰ ਮੁੱਖ ਮੋੜ ਦੇਈਦਾ। ਚੌਥਾ ਪਿਆਲਾ ਧਰਮ ਦਾ ਤੇ ਗੁਰੂ ਰਾਮਦਾਸ ਜੀ ਨੇ ਛਕਿਆ ਆਪਣਾ ਸਤਿਨਾਮ। ਇੰਨਾ ਧਰਮ ਨਿਭਾਇਆ, ਜਵਾਈ ਹੋ ਕੇ ਵੀ 21 ਸਾਲ ਟੋਕਰੀ ਵਾਈ। ਰਾਜੀ ਕਿਤੇ ਜਵਾਈ ਨੂੰ ਪਾਣੀ ਨਾ ਮਿਲੇ ਤੇ ਭੈਣ ਨੂੰ ਉਸੇ ਵੇਲੇ ਕਹਿ ਦਿੰਦੇ ਵੀ ਤੇਰਾ ਮੇਰਾ ਤਲਾਕ। ਇਹਨਾਂ ਨੇ ਮੈਨੂੰ ਚਾਹ ਪਾਣੀ ਨੂੰ ਪੁੱਛਿਆ, ਇੱਕ ਆਪਾਂ ਕਹਾਵਤ ਇੰਨੇ ਆ, ਭੈਣ ਘਰੇ ਭਾਈ ਤੇ ਸਹੁਰੇ ਘਰੇ ਜਵਾਈ ਅੱਗੇ ਨਾ ਬੋਲਿਓ ਮੈਂ ਖੇਤੀ ਬੋਲਦੇ ਆਪਾਂ ਆਮ ਹੀ ਕਹਿੰਦੇ ਭੈਣ ਘਰੇ ਭਾਈ ਤੇ ਸਹੁਰੇ ਘਰੇ ਜਵਾਈ ਅੱਗੇ ਨਹੀਂ ਬੋਲਣਾ, ਕਿਉਂਕਿ ਭੈਣ ਘਰੇ ਭਰਾ ਬਾਬਾ ਨਾਨਕ 14 ਸਾਲ ਰਿਹਾ ਤੇ ਸਹੁਰੇ ਘਰੇ ਜਵਾਈ ਗੁਰੂ ਰਾਮਦਾਸ 21 ਸਾਲ ਰਹੇ। ਤੇ ਅਸੀਂ ਪਤਾ ਕੋਈ ਹੁੰਦਾ ਨਹੀਂ ਸਮਝਦੇ, ਅਸੀਂ ਅੱਗੇ ਇੱਕ ਸ਼ਬਦ ਬੜਾ ਭੈੜਾ ਬੋਲਦੇ, ਸਾਰੀ ਕਹਾਵਤ ਘਰਾਂ 'ਚ ਬੋਲਦੇ ਆ। ਇਤਿਹਾਸ ਵੱਲ ਵੇਖੀਏ ਤੇ ਕਹਾਵਤ ਬਹੁਤ ਮਾੜੀ ਜ਼ਬਾਨ ਨੂੰ ਕੀੜੇ ਪੈਣ ਵਾਲੇ ਹੋ ਜਾਂਦੇ, ਕਿਉਂਕਿ ਭੈਣ ਦੇ ਘਰ 14 ਸਾਲ ਰੱਬ ਰਿਹਾ ਬਾਬਾ ਨਾਨਕ, 21 ਸਾਲ ਜਵਾਈ ਗੁਰੂ ਰਾਮਦਾਸ ਟੋਕਰੀ ਬਾਈ ਤੇ ਪਿੰਡੋਂ ਰਿਸ਼ਤੇਦਾਰ ਆਏ ਤੇ ਕਹਿੰਦੇ ਤੂੰ ਤਾਂ ਨੱਕ ਵੱਢਤਾ ਸਾਡਾ। ਜਵਾਈ ਭਾਈ ਹੋ ਕੇ ਦਿਹਾੜੀ ਕਰਨ ਗਿਆ, ਟੋਕਰੀਆਂ ਚੁੱਕਣ ਗਿਆ, ਸਾਡੇ ਪੱਲੇ ਕੀ ਰਹਿ ਗਿਆ। ਤੇ ਬਾਬਾ ਬੁੱਢਾ ਜੀ ਕਹਿੰਦੇ ਸੀ ਓਏ ਮੂਰਖੋ, ਤੁਹਾਨੂੰ ਕੀਮਤ ਹੈ ਟੋਕਰੀ ਮਿੱਟੀ ਦੀ ਨਹੀਂ, ਗੁਰੂ ਅਮਰਦਾਸ ਨੇ ਛੱਤਰ ਰੱਖ ਦਿੱਤਾ ਹੈ। ਕਿੱਡੀਆਂ ਬੜੀਆਂ ਰਹਿਮਤਾਂ ਬੜੀਆਂ ਸਾਧ ਸੰਗਤ। ਇਸ ਕਰਕੇ ਚੌਥੇ ਪਿਆਲੇ ਦੀਆਂ ਆਪਾਂ ਕਿਹੜੇ ਗੁਰੂ ਨੇ ਛਕਿਆ, ਸਾਰੇ ਧਿਆਨ ਨਾਲ ਸੁਣਦੇ। ਅੱਧੇ ਇੱਕ ਬੈਠੇ ਆ, ਟਾਈਮ ਤਾਂ ਹੋਈ ਚੱਲਿਆ, ਸ਼ਾਦ ਪਾਣੀ ਨਹੀਂ ਛਕਣਾ। 5 ਪਿਆਲੇ, ਪਹਿਲਾ ਪਿਆਲਾ ਸਤਿਗੁਰੂ ਨਾਨਕ, ਸੰਤੋਖ ਗੁਰੂ ਅੰਗਦ ਸਾਹਿਬ, ਦਇਆ ਗੁਰੂ ਅਮਰਦਾਸ ਤੇ ਧਰਮ ਗੁਰੂ ਰਾਮਦਾਸ ਤੇ 5ਵਾਂ ਪਿਆਲਾ ਛਕਿਆ ਜੀ 5ਵੇਂ ਪੀਰ ਗੁਰੂ ਅਰਜਨ ਸਾਹਿਬ ਨੇ ਧੀਰਜ। ਆਪਾਂ ਏਸੀ 'ਚ ਬੈਠੇ ਵੀ ਮੱਥੇ ਤੇ ਜਿਹੜੀਆਂ ਸੜੇ ਬੜੇ ਆ, ਦਫ਼ਤਰ 'ਚ ਏਸੀ, ਗੱਡੀ 'ਚ ਏਸੀ, ਰੂਮ ਦੇ ਵਿੱਚ ਏਸੀ, ਕਈਆਂ ਤਬਾਦਲ ਵੀ ਲਵਾਏ ਆ ਪੈਸੇ ਵਾਲੇ ਪ੍ਰੇਮ ਨਾਲ ਹੁੰਦੇ ਨਾ ਧੰਨ ਮੇਰੇ ਗੁਰੂ ਅਰਜਨ ਸਾਹਿਬ ਜੀ ਕਿੱਦਾਂ ਧੀਰਜ ਵੀ ਕੇਸ ਸੜ ਗਏ, ਆ ਥੱਲੇ ਸਾਰਾ ਮਾਸ ਸੜ ਗਿਆ, ਪਰ ਮੇਰੇ ਪਾਤਸ਼ਾਹ ਦਾ ਚਿਹਰਾ ਹੱਸ ਪੈ ਗਿਆ। ਸ਼ਹੀਦੀ ਦਿਹਾੜਾ ਆਉਣਾ, ਅੱਗੇ ਜਾ ਕੇ ਉਹਦੀ ਜ਼ਿਕਰ ਕਰਾਂਗੇ। ਮੇਰੇ ਪਾਤਸ਼ਾਹ ਦੇ 5 ਪਿਆਲੇ, 5 ਪੀਰ ਕਿਹੜੇ ਆ? 5 ਗੁਰੂ ਸਾਹਿਬ। 6ਵਾਂ ਪੀਰ ਇਹ ਕਹਿਣਗੇ ਜੀ ਅਸੀਂ ਫਲਾਣੇ ਪੀਰ ਦੇ ਜਾਂਦੇ, ਬੜਾ ਜ਼ਿਆਦਾ ਹੀ ਭਾਈ ਗੁਰਦਾਸ ਜੀ ਕਹਿੰਦੇ ਮੇਰਾ 5ਵਾਂ ਪੀਰ ਗੁਰੂ ਅਰਜਨ ਸਾਹਿਬ, ਇਹਦੇ ਵਰਗਾ ਕੋਈ ਜ਼ਿਆਦਾ ਪੀਰ ਨਹੀਂ। ਮੈਂ ਇਹਦਾ ਹੀ ਦੀਵਾ ਜਗਾਉਣਾ, ਇਹਦਾ ਹੀ ਮਰੀਦ ਹੈ, ਇਹਦੇ ਘਰ ਹੀ ਚੌਕੀ ਕਰਨੀ ਹੈ, ਕਿਉਂਕਿ 11 ਪੀਰਾਂ ਨਾਲ ਜਿਹਦੀ ਯਾਰੀ ਹੋਵੇ ਉਹਨੂੰ ਅਧੂਰੇ ਪੀਰਾਂ ਦਾ ਡਰ ਨਹੀਂ ਲੱਗਦਾ। ਉਹ ਕਹਿੰਦੇ 5 ਪਿਆਲੇ 5 ਪੀਰ, 6ਵਾਂ ਪੀਰ ਬੈਠਾ ਅੱਜ ਦੇ ਦਿਨ 1606 ਨੂੰ ਜਦੋਂ 6ਵਾਂ ਪੀਰ ਬਹਿ ਗਿਆ ਤੇ ਪੱਗ ਬੱਧੀ, ਤਿਲਕ ਲੱਗਾ, ਨਾਰੀਆ ਰੱਖਿਆ ਗਿਆ ਤੇ ਸੰਗਤਾਂ ਵਧਾਈਆਂ ਦੇ ਰਹੀਆਂ ਨੇ। ਇੱਕ ਪਾਸੇ ਅੱਖਾਂ ਭੀਟੀਆਂ, ਮਾਤਾ ਗੰਗਾ ਵੀ ਫੜ ਕੇ ਰੋ ਰਹੇ ਨੇ, ਸੰਗਤ ਵੀ ਰੋ ਰਹੀ ਹੈ, ਵਧਾਈਆਂ ਹੋ ਰਹੀਆਂ। ਪਹਿਲੀ ਵਾਰ ਇਹਨਾਂ ਦਾ ਕ੍ਰਿਸ਼ਮਾ ਵੇਖਿਆ, ਇੱਕ ਪਾਸੇ ਵਾਲਾ ਤੇ ਦੂਜੇ ਪਾਸੇ ਗੰਗਾ। ਮੇਰੇ ਪਾਤਸ਼ਾਹ ਨੇ ਸਾਰੀ ਰਸਮ ਕੀਤੀ ਤੇ ਭਾਈ ਗੁਰਦਾਸ ਜੀ ਕਹਿੰਦੇ 6ਵਾਂ ਪੀਰ ਅਰਜਨ ਮਾਇਆ। ਅੱਜ ਹੀ ਮਹਾਰਾਜ ਨੇ ਆਪਣਾ ਸਾਰਾ ਕੁਝ ਚੁਕਾਤਾ ਸੀ। ਗੁਰੂ ਹਰਿਗੋਬਿੰਦ ਸਾਹਿਬ ਜੀ ਆਪ ਸਰੀਰ ਮਿੱਟੀ ਲੈ ਕੇ ਲਾਹੌਰ ਦੀ ਧਰਤੀ ਨੂੰ ਜਾਣਾ ਹੈ। ਉਹ ਸ਼ਹੀਦੀ ਅੱਗੇ ਆ ਜਾਣੀ, ਕਿ ਕਿੱਦਾਂ ਹੋਈ ਬਾਅਦ ਚ ਕਰਾਂਗੇ ਸਾਂਝ। ਤੇ ਮੇਰੇ ਪਾਤਸ਼ਾਹ ਕਹਿੰਦੇ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ, ਦਲ ਭੰਜਨ ਗੁਰ ਵੱਡ ਯੋਧਾ ਬਹੁ ਪਰਿ ਪੁਕਾਰੀ,
ਹੁਣ ਇੱਥੇ ਜਰਾ ਧਿਆਨ ਦੇਣਾ। ਜਦੋਂ ਬਾਅਦ ਉਹਦਾ ਪਰਉਪਕਾਰੀ ਬਹਿ ਗਿਆ ਨਾ 1600 ਨੂੰ ਅੱਜ ਗੁਰੂ ਹਰਗੋਬਿੰਦ ਸਾਹਿਬ ਗੱਦੀ ਤੇ ਸੰਗਤਾਂ ਨੇ ਇਹ ਸਵਾਲ ਕਰਤਾ ਕਿ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਵੀ ਇੱਦਾਂ ਹੀ ਚੱਲੂਗੇ? ਇਹ ਪੀੜੀ ਜਿਹੜੀ ਛੋਟੀ ਜਾਂਦੀ ਹੁਣ ਉੱਥੇ ਕੀਮਤੀ ਵਚਨ ਮਾਰੇ ਕਹਿੰਦੇ ਅਗਮ ਗੋਚਰ ਸਤਿਗੁਰ ਬੋਲੇ ਮੁਖ ਤੇ ਸੁਣੋ ਸੰਸਾਰੀ। ਕਲਯੁਗ ਪੀੜੀ ਛੋਟੀਆਂ ਅਵਜਲ ਦੀਰ ਪ੍ਰਸਾਰ ਖਿਲਾਰੀ ਜੋਗ ਜੋਗ ਸਤਿਗੁਰ ਧਰੇ ਅਵਤਾਰੀ। ਇਹ ਪੌੜੀ ਭਾਈ ਗੁਰਦਾਸ ਦੀ ਹੈ। 6ਵੇਂ ਪੀਰ ਦੇ 10ਵੇਂ ਪੀਰ ਦੇ ਬਾਰੇ ਜ਼ਿਕਰ ਕਰਨਾ। ਕੌਣ ਹੈ ਗੁਰੂ ਸਾਹਿਬ? 6ਵਾਂ ਪੀਰ ਅੱਜ ਬੈਠਾ ਹੈ ਤੇ 10ਵੇਂ ਦੀ ਗੱਲ ਕਿਦਾਂ ਕਰਦਾ ਹੈ? ਇਹਦਾ ਜੋਗ 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 ਤੇ ਜੋਗ 2 ਫਿਰ ਜੋਗ ਜੋਗ 2 ਤੇ 2 4 6ਵਾਂ ਅੱਜ ਬੈਠਾ ਹੈ ਤੇ ਮਾਰੇ ਕਹਿੰਦੇ ਜੋਗ ਜੋਗ ਸਤਿਗੁਰ ਧਰੇ ਅਵਤਾਰੀ। 4 ਮਾਰੇ ਕਹਿੰਦੇ ਹੋਰ ਸਰੂਪ ਸਾਡੇ ਆਉਣਗੇ ਦੁਨੀਆ ਦੇ ਆਪਣੇ ਸੰਤਾਂ। 10 ਪਾਤਸ਼ਾਹੀਆਂ ਦੀ ਜੋਤ 11ਵੇਂ ਗੁਰੂ ਗ੍ਰੰਥ ਸਾਹਿਬ ਜੀ ਹੈ। 6ਵੇਂ ਜਾਮੇ ਦੀ ਮਾਰੇ ਨੇ ਪਿਛਲੀਆਂ 4 ਗੱਦੀਆਂ ਦਾ ਜ਼ਿਕਰ ਕਰਤਾ ਅੱਜ ਦੇ ਦਿਨ। ਮੇਰੇ ਪਾਤਸ਼ਾਹ ਜਿਹਨੇ ਪੀੜੀ ਛੋਟੀਆਂ ਦੀ ਸਮਾਪਤ ਹੋਣੀ 11ਵੀਂ ਪਾਤਸ਼ਾਹੀ ਗੁਰੂ ਗ੍ਰੰਥ ਸਾਹਿਬ ਨੂੰ ਮਿਲਣੀ ਹੈ। ਉਸ ਵੇਲੇ ਸਾਰੀ ਸੰਗਤ ਨੇ ਫੁੱਲਾਂ ਦੀ ਵਰਖਾ ਕੀਤੀ। ਪ੍ਰੇਮ ਦੇ ਵਿੱਚ ਤੁਹਾਡੇ ਵਰਗੀਆਂ ਰੂਹਾਂ ਆਈਆਂ ਤੇ ਪ੍ਰੇਮ ਦੇ ਨਾਲ ਜੁੜ ਕੇ ਬੋਲਿਓ ਜੀ ਹੋ ਰਹੀ ਹੈ ਤੇਰੀ ਜੈ ਜੈਕਾਰ ਹੋ ਰਹੀ ਹੈ ਤੇਰੀ ਜੈ ਜੈਕਾਰ ਹੋ ਰਹੀ ਹੈ ਤੇਰੀ ਜੈ ਜੈਕਾਰ ਹੋ ਰਹੀ ਹੈ ਤੇਰੀ ਜੈ ਜੈਕਾਰ। ਹਰਿ ਗੋਬਿੰਦ ਪਿਆਰੇ ਤੇਰੀ ਜੈ ਜੈਕਾਰ। ਹਰਿ ਗੋਬਿੰਦ ਪਿਆਰੇ ਤੇਰੀ ਜੈ ਜੈਕਾਰ। ਭਰੀਆਂ ਮੰਗਲ ਗਾਏ ਤੇਰੀ ਜੈ ਜੈਕਾਰ। ਭਰੀਆਂ ਮੰਗਲ ਗਾਏ ਤੇਰੀ ਜੈ ਜੈਕਾਰ। ਛਠਮ ਪੀਰ ਬੈਠਾ ਗੁਰਬਾਰੀ। ਛਠਮ ਪੀਰ ਬੈਠਾ ਗੁਰਬਾਰੀ। ਛਠਮ ਪੀਰ ਬੈਠਾ ਗੁਰਬਾਰੀ। ਛਠਮ ਪੀਰ ਬੈਠਾ ਗੁਰਬਾਰੀ। ਅਰਜਨ ਕਾਇਆ ਪਲਟ ਕੈ ਗੁਰ ਅਰਜਨ ਕਾਇਆ ਪਲਟ ਕੈ। ਅਰਜਨ ਕਾਇਆ ਪਲਟ ਕੈ ਗੁਰ ਅਰਜਨ ਕਾਇਆ ਪਲਟ ਕੈ। ਮੂਰਤ ਹਰਿ ਗੋਬਿੰਦ ਸਵਾਰੀ। ਮੂਰਤ ਹਰਿ ਗੋਬਿੰਦ ਸਵਾਰੀ। ਮੂਰਤ ਹਰਿ ਗੋਬਿੰਦ ਸਵਾਰੀ। ਮੂਰਤ ਹਰਿ ਗੋਬਿੰਦ ਸਵਾਰੀ। ਹੋ ਰਹੀ ਹੈ ਤੇਰੀ ਜੈ ਜੈਕਾਰ। 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 ਬਹੁਤ ਬਹੁਤ ਧੰਨਵਾਦ ਸੰਗਤ ਜੀ। ਇਸ ਸੰਸਾਰ ਇੱਕ ਮੁਸਾਫਰ ਖਾਨਾ ਹੈ। ਆਪਾਂ ਸਾਰੇ ਪ੍ਰਾਹੁਣੇ ਆਏ ਆ। ਪਤਾ ਨਹੀਂ ਕਦੋਂ ਸਾਹ ਹੋ ਗਿਆ ਨਹੀਂ। ਅੱਜ ਇੰਨੇ ਚਿਹਰੇ ਜਿਹੜੇ ਮਿੰਟਾਂ 'ਚ ਹੀ ਗੋਪਨ ਦੇ ਜਾਂਦੇ। ਕੋਈ ਬਾਹਰ ਤੁਰੇ ਜਾਂਦੇ ਆ, ਕੋਈ ਪੱਕੇ ਹੋਈ ਜਾਂਦੇ ਆ, ਤੇ ਕੋਈ ਪੱਕੀ ਚੜੀ ਜਾਂਦੀ ਆ ਕੋਲੇ। ਇਸ ਕਰਕੇ ਮਾਰੇ ਕੋਲੇ ਨਦੀ ਨਾਲ ਸੰਜੋਗ ਜੋ ਬਹੁਤ ਨਵੇਂ ਆਏ ਵੱਧ ਚੜ ਕੇ ਪਹੁੰਚਿਆ ਕਰੋ। ਹੋਰ ਵੀ ਕੋਈ ਜੁੜਦਾ ਤੇ ਨਾਲ ਲੈ ਆਇਆ। ਭਾਈ ਗੁਰਦਾਸ ਜੀ ਕਹਿੰਦੇ ਸਿੱਖ ਨੂੰ ਸ਼ਬਦ ਮਾਰੇ ਦਾ ਪੜ੍ਹਾ ਦਿਓ ਨਾ ਤੇ 7 ਸੋਨੇ ਦੇ ਮੰਦਰ ਦਾਨ ਕਰੀਏ ਇੰਨਾ ਫਲ ਦਿੰਦਾ। ਜਿਹੜਾ ਸਿੱਖ ਨੂੰ ਗੁਰੂ ਨਾਲ ਜੋੜਦਾ 7 ਮੰਦਰ ਤੇ ਜਿਹੜਾ ਤੋੜਦਾ ਉਹ ਵੀ ਬੰਦਾ ਪਾਪ ਹੀ ਕਰਦਾ।
इस करके साल संगत जी महाराज साहब जी अज मेरे गद्दी ते बैठे छेवें पीर कि गुरु अर्जन साहब महाराज आप सारे लंगर पानी संगतां ने फुल वसाए इन्ना प्यार बनिया कि जदों फिर सतगुरु महाराज चले फिर संगतां नूं हो गया महाराज साहब जी कहते हुण मेले नहीं होनी कदे भी अपनी संगत बहुत बराल किया 5 सिख नाल गए ये सारा इतिहास शहीदी वाले दिन साझा करांगे अज महाराज सच्चे पातशाह रहमतां वरता गए गुरु अर्जन साहब जिन्हां दी गोदी बैठे है सो 406 जून साका दातारा 1984 अकाल तख्त साहब गुरु हरगोबिंद साहब बापू का बनाया जिहदे ते टैंकां ते तोपां नाल हमले किए गए तख्तां के उत्ते अखंड पाठ साहब आरंभ होने ने 4 ਤੋਂ 6 अज 2 तरीक हो गई कल का दीवान सजेगा जी याद संगतां दे प्रेम के नाल क्योंकि साथ संगत बड़ा लहू पींदा इतिहास जी मेरिया भैणां ने बेटियां किन्ना मन खुश हुंदा छोटे छोटे बच्चे आउंदे इतिहास इधर केतन भैणां सी जिन्हां ने चूड़ा पाया सी चूड़ा अजी शगना की बहिंदी नहीं सी लगी ये संत जरनैल सिंह जी ने पुत्र घरे चले जो तुहाडे दी चाह नहीं पूरे होए हर बच्ची का चाह हुंदा है उन्होंने बच्चियों ने कहा सी बापू संत जरनैल सिंह जी एक सुहाग नकली है ते कसली है हुण दसो किहड़े नूं फड़ां ते किहड़े नूं छड्डां आ जिहदे नाल लावां होईआं जे एक दिन छड्ड जाना ही कई तो पहले ही छड्ड दित्ते बाहर जाके दूजा विआह करा ते कई हुंदियां भी प्यार नहीं करदे इहदी एक नकली सुहाग है ते कसली है असली गुरु रामदास है ते नकली दूजा है ते किहदी बांह फड़ीए इहदे पुत वेख लो ते इतिहास कहंदा है कि वो 3 बच्चियां जिन्हां ने चूड़े पाए सी जदों उन्होंने अटैक हरमंदर साहब के अंदर सारा इतिहास पढ़ के साझा करूँगा 6 जून को कि जो अटैक आए तो बच्चियां को पेट के नाल उन्होंने बरूद बंधा कि ऊपर जी कपड़े लै तो कहते असी भड़ेके सी प्रैगनेंट आ ये बाहर आ रही हाथ खड़े करके बाहर निकलना इहदे पता उदों सानूं लगा कि जो साडे 3 अटैक जिहड़े 20 फुट उपर रोड आते सानू त्रेड़ियां पै गई जनरल कुलदीप लियाल कुलदीप बराड़ लिखता उन्हें किताब लिखी इंग्लिश में पहला अमेरिका में सी होगी पंजाबी की गई में तो कहता है कि साढ़े रंग पीले पै गए भी इन्नी छोटी उम्र च इन्नियां सोहणियां बच्चियां ते मौत भेटना बन के ते वो जेह्ड़े अटैक सी मारे जी कर्मां विच लंघ रहे उन्होंने उत्ते टिकट की साथ ही रूल बनया उन्होंने शरीर ही नहीं लभा कहते इश्क आपने की संगते अपना सिक्खी छड्ड के गुरु छड्ड के आप भैड़े लीड़े पाने नंगे सिर की जिंदगी है की आप फैशन करना है जी गुरु का प्यार ही नहीं है इस करके चले आप भी जाना चले हो ही गए पर गुरु प्यार करे गुरु साथ संगी रज के इतिहास लोग भी जाए मैं तो एक किस्सा ही सुनाया छोटा जिहा 6 जून को हमारे जिंदगी बख्शी सारा इतिहास साझा करेंगे हमारे सच्चे पातशाह संतां नूं लख लख बधाई होवे गुरु हरगोबिंद साहब सच्चे पातशाह बापू जी दे गुरदा गद्दी दे सदी 6वां पीर अज बैठा ते जिन्हां दे 6 पीर होण उन्हां नूं काहदी चिंता उन्हां नूं काहदा डर सी मैनूं किसी ने तकलीफ पा के मेरे पैरां दी मिट्टी चुकी जी साडे घर ब्लड आ गया साडे घर किसी ने करता ना परवाह करया करो पीर ते एक किसी के सिर ते होवे ते पैर नहीं लगन दिंदा ते 6 पीर बैठे है जिन्हां दे सिर ते 6 पीरां दा हत्थ होवे ते वो भी डरी जाण तां मेरे तो बाद की है सारा संगत जी करो किरपा कोई 5 मिटारे बख्श करो जी बोले सो
ਜਾਂ ਕੁਰਸੀ ਨੂੰ ਹਲੂਕਾਰਾ ਬਣਾਇਆ ਜਾ ਰਿਹਾ ਹੈ। ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲੱਗਣਗੀਆਂ। ਆਪ ਸੰਗਤਾਂ ਨੇ ਹੱਥ ਜੋੜ ਕੇ ਸੇਵਾ ਕਰਨੀ। ਤਨ ਮਨ ਧਨ ਦੇ ਨਾਲ ਹੀ। ਵਾਹਿਗੁਰੂ ਜੀ ਕਾ ਖਾਲਸਾ।